ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਸਰਕਾਰੀ ਕਾਲਜ ਬਚਾਓ ਮੰਚ ਪੰਜਾਬ ਵੱਲੋਂ ਪੰਜਾਬ ਵਿੱਚ ਹਾਇਰ ਐਜੂਕੇਸ਼ਨ ਦੀ ਜੋ ਸਥਿਤੀ ਹੈ ਉਹਦੇ ਬਾਰੇ ਬੜਾ ਕੁਝ ਸਾਹਮਣੇ ਲਿਆਂਦਾ ਗਿਆ ਹੈ। ਉਹਨਾਂ ਦਾ ਕਹਿਣਾ ਹੈ, ਮੰਚ ਵਾਲਿਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਿਰਫ 47 ਸਰਕਾਰੀ ਕਾਲਜ ਹਨ, 48 ਸਨ ਜਿਨ੍ਹਾਂ ਵਿੱਚੋਂ ਇੱਕ ਬੰਦ ਕਰ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਜੋ ਇਹ ਵਾਅਦਾ ਕਰਕੇ ਸੱਤਾ ਵਿੱਚ ਆਏ ਸਨ, ਕਾਂਗਰਸ ਨੂੰ ਸੱਤਾ ਵਿੱਚ ਲਿਆਏ ਸਨ ਕਿ 50 ਦੇ ਕਰੀਬ ਕਾਲਜ ਪੰਜਾਬ ਵਿੱਚ ਹੋਰ ਖੋਲੇ ਜਾਣਗੇ ਤੇ ਉਹਨਾਂ ਵਿੱਚੋਂ 16 ਕੁ ਕਾਲਜ ਖੋਲੇ ਨੇ ਜੋ ਬੜੇ ਮਾੜੀ ਹਾਲਤ ਵਿੱਚ ਨੇ। ਇਹਦੇ ਨਾਲ ਹੀ ਸਰਕਾਰੀ ਕਾਲਜ ਬਚਾਓ ਮੰਚ ਨੇ ਇਹ ਮਾਮਲਾ ਵੀ ਸਾਹਮਣੇ ਲਿਆਂਦਾ ਸੀ ਕਿ ਸਾਰੇ ਸਰਕਾਰੀ ਕਾਲਜਾਂ ਵਿੱਚ ਮਸਾਂ 108 ਕੁ ਪ੍ਰੋਫੈਸਰ 308 ਦੇ ਕਰੀਬ ਸਿਰਫ ਪੱਕੇ ਪ੍ਰੋਫੈਸਰ ਅਧਿਆਪਕ ਰਹਿ ਗਏ ਹਨ ਤੇ 25 ਸਾਲਾਂ ਤੋਂ ਸਰਕਾਰੀ ਕਾਲਜਾਂ ਵਿੱਚ ਪੱਕੀ ਭਰਤੀ ਅਧਿਆਪਕਾਂ ਦੀ ਨਹੀਂ ਕੀਤੀ ਗਈ। ਹੁਣ ਪਿਛਲੇ ਦਿਨੀ ਕਿਉਂਕਿ ਇਹ ਮੰਚ ਵਾਲੇ ਵਾਰ-ਵਾਰ ਮੰਤਰੀਆਂ ਨੂੰ ਮਿਲਦੇ ਰਹੇ ਹਨ, ਨਵੇਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰਾਂ ਨੂੰ ਮਿਲੇ ਤੇ ਇਹਨਾਂ ਨੂੰ ਆਸ ਸੀ ਕਿ ਇਹਨਾਂ ਦਾ ਜ਼ਰੂਰ ਕੁਝ ਬਣੇਗਾ ਤੇ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਜੋ ਅਸਾਮੀਆਂ ਕੱਢੀਆਂ ਗਈਆਂ ਹਨ ਸਰਕਾਰੀ ਕਾਲਜਾਂ ਵਿੱਚ ਪੱਕੀ ਭਰਤੀ ਲਈ 25 ਸਾਲ ਬਾਅਦ ਇਹ ਅਸਾਮੀਆਂ ਨਿਕਲੀਆਂ ਹਨ ਤੇ ਇਹਨਾਂ ਵਿੱਚ ਉਮਰ ਦੀ ਹੱਦ 37 ਸਾਲ ਰੱਖੀ ਗਈ ਹੈ। 37 ਸਾਲ ਦੀ ਹੱਦ ਉਮਰ ਸੀਮਾ ਰੱਖਣ ਕਰਕੇ ਬਹੁਤ ਸਾਰੇ PhD ਵਿਦਿਆਰਥੀ ਜੋ ਇਸ ਵੇਲੇ ਕੱਚੀ ਭਰਤੀ ਤੇ ਬੜੇ ਥੋੜੇ ਪੈਸਿਆਂ ਵਿੱਚ ਕਾਲਜਾਂ ਵਿੱਚ ਪੜ੍ਹਾ ਰਹੇ ਹਨ ਉਹਨਾਂ ਨੂੰ ਨੁਕਸਾਨ ਹੋਏਗਾ। ਨੁਕਸਾਨ ਇਸ ਰੂਪ ਵਿੱਚ ਕਿ ਉਹ ਇਸ ਸੀਮਾ ਵਿੱਚ ਨਹੀਂ ਆ ਸਕਣਗੇ ਤੇ ਉਹ ਇਹਨਾਂ ਕਾਲਜਾਂ ਵਿੱਚ ਪੱਕੀ ਭਰਤੀ ਲਈ ਅਪਲਾਈ ਨਹੀਂ ਕਰ ਸਕਣਗੇ। ਤੇ ਆਪਾਂ ਗੱਲਬਾਤ ਕਰਦੇ ਹਾਂ ਇੱਕ ਕਾਲਜ ਵਿੱਚ ਪੜ੍ਹਾ ਰਹੇ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਸਿੰਘ ਜੱਸ ਹੋਰਾਂ ਨਾਲ। ਮਨਪ੍ਰੀਤ ਜੱਸ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਹਾਂ ਮਨਪ੍ਰੀਤ ਜੱਸ, ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਦਿਨੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਹੋਰਾਂ ਨੂੰ ਮਿਲੇ ਸੀ ਤੇ ਉਹਨਾਂ ਨੂੰ ਸਰਕਾਰੀ ਕਾਲਜਾਂ ਦੀ ਵੀ ਹਾਲਤ ਦੱਸੀ ਸੀ ਤੇ ਉੱਥੇ ਪੜ੍ਹਾ ਰਹੇ ਅਧਿਆਪਕਾਂ ਦੀ ਗਿਣਤੀ ਬਾਰੇ ਜਿਹੜੇ ਬੜੇ ਚੌਂਕਾ ਦੇਣ ਵਾਲੇ ਵੇਰਵੇ ਸਨ ਉਹਦੇ ਬਾਰੇ ਜਾਣੂ ਕਰਾਇਆ ਸੀ। ਪੰਜਾਬ ਸਰਕਾਰ ਨੇ ਪੋਸਟਾਂ ਤਾਂ ਕੱਢੀਆਂ ਨੇ ਯੂਨੀਵਰਸਿਟੀਆਂ ਦੇ ਰਾਹੀਂ, ਹੈਨਾ, ਤੇ ਉਹਨਾਂ ਦੇ ਵਿੱਚ ਉਮਰ ਸੀਮਾ ਜਿਹੜੀ ਉਹਨਾਂ ਨੇ 37 ਸਾਲ ਰੱਖ ਲਈ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕ ਜਿਹੜੇ PhD ਨੇ ਉਹ ਲਾਈਨ ਵਿੱਚ ਸਨ, ਕਤਾਰ ਵਿੱਚ ਸਨ ਪੱਕੀ ਭਰਤੀ ਲਈ ਤੇ ਉਹ ਹੱਕਦਾਰ ਵੀ ਨੇ ਆਪਣਾ ਹੱਕ ਲੈਣ ਲਈ। ਉਹਦੇ ਬਾਰੇ ਕੀ ਆਖੋਗੇ ਤੁਸੀਂ? ਹਾਂਜੀ, ਜੋ ਸਾਡਾ ਸਰਕਾਰੀ ਕਾਲਜ ਬਚਾਓ ਮੰਚ ਦਾ ਮੈਂ ਕੋਰ ਕਮੇਟੀ ਮੈਂਬਰ ਹਾਂ ਤੇ ਉਸ ਵੱਲੋਂ ਪਿਛਲੇ ਟਾਈਮ ਤੋਂ ਜਿਹੜੀਆਂ ਮੰਗਾਂ ਅਸੀਂ ਉਠਾ ਰਹੇ ਸੀ ਉਹਨਾਂ ਮੰਗਾਂ ਦੇ ਵਿੱਚ ਸਾਡੀ ਸਭ ਤੋਂ ਪਹਿਲੀ ਮੰਗ ਇਹ ਸੀ ਕਿ ਸਰਕਾਰੀ ਕਾਲਜਾਂ ਦੇ ਵਿੱਚ ਪੱਕੀ ਭਰਤੀ ਕੀਤੀ ਜਾਵੇ ਤੇ ਇਸ ਪੱਕੀ ਭਰਤੀ ਦੇ ਵਿੱਚ ਉਮਰ ਦੀ ਜਿਹੜੀ ਸੀਮਾ ਹੈਗੀ ਆ ਉਹ ਵਧਾਈ ਜਾਵੇ, ਉਮਰ ਦੇ ਵਿੱਚ ਛੋਟ ਦੇ ਕੇ ਭਰਤੀ ਕੀਤੀ ਜਾਵੇ। ਉਹਦੇ ਪਿੱਛੇ ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਹਾਂ ਕਿ ਲਗਭਗ 1995 ਤੋਂ ਬਾਅਦ ਕੋਈ ਭਰਤੀ ਕਾਲਜਾਂ ਦੇ ਵਿੱਚ ਨਹੀਂ ਕੀਤੀ ਗਈ ਤਾਂ 25 ਸਾਲ ਦੇ ਵਿੱਚ ਬਹੁਤ ਸਾਰੇ ਨੌਜਵਾਨ ਨੇ, ਹਜ਼ਾਰਾਂ ਨੌਜਵਾਨ ਨੇ ਜਿਨ੍ਹਾਂ ਨੇ PhD ਕੀਤੀਆਂ, ਨੈਟ ਪਾਸ ਕੀਤੇ, ਸਾਰੀ ਕੁਆਲੀਫਿਕੇਸ਼ਨ ਕੀਤੀ ਪਰ ਇਹ ਪੂਰੀ ਕੀਤੀ, ਪਰ ਇਹਦੇ ਬਾਵਜੂਦ ਉਹ ਸਰਕਾਰੀ ਨੌਕਰੀਆਂ ਨਾ ਨਿਕਲਣ ਕਰਕੇ ਬਹੁਤ ਥੋੜੇ ਰੁਜ਼ਗਾਰ ਦੇ ਉੱਪਰ ਕੰਮ ਕਰਨ ਵਾਸਤੇ ਮਜਬੂਰ ਸੀ। ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਂ ਸਰਕਾਰੀ ਕਾਲਜਾਂ ਦੇ ਵਿੱਚ ਵੀ ਗੈਸਟ ਫੈਕਲਟੀ 21,600 ਦੇ ਉੱਪਰ, ਪ੍ਰਾਈਵੇਟ ਕਾਲਜਾਂ ਦੇ ਵਿੱਚ 12 ਤੋਂ 15,000 ਦੇ ਉੱਪਰ ਵੀ ਉਹ ਨੌਕਰੀ ਕਰਦੇ ਆ ਰਹੇ ਨੇ। ਸੋ ਸਭ ਤੋਂ ਵੱਡਾ ਮੁੱਦਾ ਇਸ ਹਿੱਸੇ ਨੂੰ ਜਿਹੜਾ ਕੁਆਲੀਫਾਈਡ ਹੋਣ ਦੇ ਬਾਵਜੂਦ ਬਹੁਤ ਲੰਬੇ ਸਮੇਂ ਤੋਂ ਪੀੜਤ ਸੀ ਉਹਨੂੰ ਰੁਜ਼ਗਾਰ ਦੇਣ ਦਾ ਮਾਮਲਾ ਸੀ। ਜਦੋਂ ਅਸੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੂੰ ਮਿਲੇ ਤੇ ਪ੍ਰਗਟ ਸਿੰਘ ਜੀ ਨੂੰ ਮਿਲੇ, ਉਚੇਰੀ ਸਿੱਖਿਆ ਮੰਤਰੀ ਨੇ, ਜੋ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਉਮਰ ਹੱਦ ਵਧਾਵਾਂਗੇ ਤੇ ਅਸੀਂ ਕਿਸੇ ਨੂੰ ਵੀ ਜਿਹੜਾ ਬੰਦਾ ਕੁਆਲੀਫਾਈ ਕਰਦਾ ਹੈ ਉਹਨੂੰ ਉਹਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਪਰ ਜਦੋਂ ਅਸੀਂ ਬਾਹਰ ਉਹਨਾਂ ਨਾਲ ਮਿਲ ਕੇ ਉਸ ਤੋਂ ਬਾਅਦ ਜੋ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਉਸ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਦੀ ਉਮਰ ਹੱਦ ਜਿਹੜੀ ਹੈਗੀ ਹੈ ਉਹ 37 ਸਾਲ ਕਰਤੀ। ਜਦੋਂ ਸਾਨੂੰ ਗੱਲ ਪਤਾ ਲੱਗੀ ਤਾਂ ਅਸੀਂ ਦੁਬਾਰਾ ਕ੍ਰਿਸ਼ਨ ਕੁਮਾਰ ਜੀ ਨੂੰ ਮਿਲਣ ਗਏ ਹਾਂ। ਉੱਥੇ ਵੀ ਅਸੀਂ ਉਹਨਾਂ ਨਾਲ ਇਹ ਗੱਲ ਰੱਖੀ ਕਿ ਤੁਸੀਂ ਜੋ ਇਹ ਕਰ ਰਹੇ ਹੋ 1837 ਸਾਲ ਵਾਲਾ, ਇਹ ਜਾਇਜ਼ ਗੱਲ ਨਹੀਂ ਹੈਗੀ। ਅਸੀਂ ਉਹਦੇ 'ਚ ਇਹ ਮਸਲਾ ਉਠਾਇਆ ਕਿ 2008 ਦੇ ਵਿੱਚ ਕੁਝ ਪੋਸਟਾਂ ਪੰਜਾਬ ਸਰਕਾਰ ਨੇ PPSC ਰਾਹੀਂ ਕੱਢੀਆਂ ਸੀ। ਉਹਨਾਂ ਪੋਸਟਾਂ ਦੇ ਵਿੱਚ ਵੀ ਹਾਂਜੀ ਜਦੋਂ ਰਵੀ ਸਿੱਧੂ ਵਾਲਾ ਕਾਂਡ ਹੋਇਆ ਜੀ 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 ਤੇ ਉਦੋਂ 42 ਸਾਲ ਉਮਰ ਰੱਖੀ ਸੀ। ਸਾਲ ਉਮਰ ਸੀ। ਸਾਡੇ ਕੋਲ ਉਸ ਜਿਹੜੀ ਉਹ ਇਸ਼ਤਿਹਾਰ ਜਾਰੀ ਹੋਇਆ ਸੀ ਉਹਦੀ ਅਖਬਾਰ ਦੀ ਕਟਿੰਗ ਅਸੀਂ ਨਾਲ ਲੈ ਕੇ ਗਏ ਹਾਂ। ਇਸ ਤੋਂ ਬਿਨਾਂ ਅਸੀਂ ਇਹ ਕਿਹਾ ਕਿ ਜਿਹੜੀ 18 ਤੋਂ 37 ਸਾਲ ਵਾਲੀ ਗੱਲ ਹੈ ਇਹ ਗ੍ਰੈਜੂਏਟ ਪੋਸਟਾਂ ਵਾਸਤੇ ਤਾਂ ਠੀਕ ਹੈ। ਜਦੋਂ ਤੁਸੀਂ ਪੋਸਟ ਗ੍ਰੈਜੂਏਸ਼ਨ ਦੇ ਆਧਾਰ ਤੇ ਜਿਹਦੇ ਵਿੱਚ ਬੰਦਿਆਂ ਨੇ PhD ਵੀ ਕਰਨੀ ਹੈ, ਨੈਟ ਵੀ ਪਾਸ ਕਰਨੇ ਹੈ, MA ਵੀ ਕਰਨੀ ਹੈ, ਉਹਨਾਂ ਵਾਸਤੇ 18 ਤੋਂ 37 ਵਾਲੀ ਗੱਲ ਕਿਸੇ ਵੀ ਹਿਸਾਬ ਨਾਲ ਲੌਜੀਕਲ ਨਹੀਂ ਬਣਦੀ, ਰੀਜ਼ਨੇਬਲ ਨਹੀਂ ਬਣਦੀ। 18 ਸਾਲ ਦੀ ਉਮਰ ਦੇ ਵਿੱਚ ਬੰਦਾ +2 ਕਰਦਾ ਹੈ,
ਤਾਂ 18 ਜੀ ਸਾਲ ਵਾਲਾ ਤਾਂ ਬਿਲਕੁਲ। ਵੈਸੇ ਹੀ ਕੋਈ ਚੀਜ਼ ਨਹੀਂ ਬਣਦੀ, ਤੇ 37 ਹੂੰ, ਸਾਲ ਤੇ ਤੁਸੀਂ 25 ਸਾਲਾਂ ਬਾਅਦ ਜੇ ਪੋਸਟਾਂ ਕੱਢ ਰਹੇ ਹੋ, ਤੇ ਇਸ ਹੂੰ, ਗੱਲ ਕਰਕੇ ਵੀ ਕਿ ਲਗਭਗ ਸਾਰੇ ਜਿਹੜੇ ਸੂਬੇ ਪੋਸਟਾਂ ਨਿਕਲੀਆਂ, ਹੁਣ ਇਹ ਹਰਿਆਣੇ 'ਚ ਨਿਕਲ ਹੂੰ, ਕੇ ਹਟੀਆਂ, ਹਿਮਾਚਲ ਪ੍ਰਦੇਸ਼ 'ਚ ਨਿਕਲੀਆਂ ਨੇ, ਰਾਜਸਥਾਨ ਹਜੇ 10 ਹੂੰ, ਦਿਨ ਪਹਿਲਾਂ ਪੇਪਰ ਲੈ ਕੇ ਹਟਿਆ। ਇਹ ਸਾਰੇ ਹੂੰ, ਸੂਬਿਆਂ ਹੂੰ। ਦੇ ਵਿੱਚ ਜਿਹੜੀ 40 ਸਾਲ ਹੈ, ਤੇ ਜੇ ਤੁਸੀਂ ਪੋਸਟਾਂ ਕੱਢ ਕੇ ਹਾਂਜੀ, ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੇ ਰਾਜਸਥਾਨ, ਤੁਸੀਂ ਕੱਢ ਕੇ ਹਾਂਜੀ ਹਾਂਜੀ ਹਾਂ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿੱਚ ਉਮਰ ਸੀਮਾ ਮੇਰਾ ਖਿਆਲ ਹੈ 45 ਸਾਲ ਹੈ, ਜੇ ਮੈਂ ਜੀ ਗਲਤ ਨਾ 45 ਹੋਵਾਂ ਮੈਂ ਦੇਖ ਕੇ ਦੱਸ ਦੇ। ਹਾਂ ਹਾਂ। ਹਾਂਜੀ 42 ਜਾਂ 45 ਹੈ, ਹਾਂਜੀ ਹਾਂਜੀ 45 ਸਾਲ ਹੈ। ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ। ਤੇ ਕੇਂਦਰ ਦੀ ਹਾਂਜੀ ਉਮਰ, ਕੇਂਦਰ ਸਰਕਾਰ ਦੀ ਜਿਹੜੀ ਉਮਰ ਹੈ ਇਹ ਭਰਤੀ ਦੀ ਘੱਟੋ ਘੱਟ 42 ਸਾਲ ਹੈ। ਹਾਂਜੀ 42 ਸਾਲ ਹੈ ਜੀ। ਇਦੋਂ ਗਾਹਾਂ ਜਿਹੜੀ ਹਾਂ ਯੂਜੀਸੀ ਹੈ, ਹਾਂ। ਯੂਜੀਸੀ ਰਾਹੀਂ ਦੀ ਜਿਹੜਾ ਯੂਜੀਸੀ ਦੀਆਂ ਜਿਵੇਂ ਸੈਂਟਰਲ ਯੂਨੀਵਰਸਿਟੀ ਹੋ ਗਈ, ਯੂਨੀਵਰਸਿਟੀਆਂ ਹੋ ਗਈਆਂ, ਕੰਸਟੀਟੈਂਟ ਕਾਲਜ ਹੋ ਹੂੰ ਗਏ, ਉੱਥੇ ਕੋਈ ਉਮਰ ਹੱਦ ਹੂੰ ਨਹੀਂ ਹੈਗੀ ਹੂੰ। ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ। ਜੀ ਜੀ। ਸੋ ਅਸੀਂ ਕਹਿ ਰਹੇ ਸੀ ਕਿ ਇਹ ਜੋ ਤੁਹਾਡਾ ਮਕਸਦ ਸੀ ਕਿ ਤੁਸੀਂ ਕਿਸੇ ਹਿੱਸੇ ਨੂੰ ਪੰਜਾਬ ਦੇ ਅੰਦਰ ਜਿਹੜਾ ਪੀੜਤ ਹੈ ਬਹੁਤ ਲੰਬੇ ਸਮੇਂ ਤੋਂ, ਉਹਨੂੰ ਹੂੰ ਰਾਹਤ ਦੇਣ ਦੀ ਗੱਲ ਕਰਦੇ ਹੋ, ਪਰ ਜੇ ਤੁਸੀਂ ਉਮਰ ਹੂੰ ਹੱਦ 37 ਸਾਲ ਰੱਖਦੇ ਹੋ ਤਾਂ ਇਹ ਗੱਲ ਉਸ ਗੱਲ ਦੇ ਬਿਲਕੁਲ ਉਲਟ ਹੈ। ਉਸ ਹਿੱਸੇ ਨੂੰ ਜਿਹਨੂੰ ਸਭ ਤੋਂ ਵੱਧ ਰਾਹਤ ਦੀ ਲੋੜ ਹੈ, ਉਹ ਰਾਹਤ ਤੋਂ ਹੂੰ ਵਾਂਝਾ ਹੋ ਜਾਊਗਾ। ਅਸੀਂ ਇਹ ਮੰਗ ਹੂੰ ਉਠਾਈ ਹੈ। ਇੱਕ ਵਾਰ ਕ੍ਰਿਸ਼ਨ ਕੁਮਾਰ ਜੀ ਨੇ ਕਿਹਾ ਕਿ ਨਹੀਂ ਹੋ ਸਕਦਾ, ਪੰਜਾਬ ਸਰਕਾਰ ਦੇ ਰੂਲ ਨੇ, ਉਹ ਅਸੀਂ ਹੂੰ ਦੁਬਾਰਾ ਕੱਲ ਸਿੰਘ ਨੂੰ ਮਿਲਣ ਦੀ ਜਾਂ ਹੋਰ ਮੰਤਰੀਆਂ ਨੂੰ ਮਿਲ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਮਰ ਹੱਦ ਜਿਹੜੀ ਹੈਗੀ ਹੈ ਉਹ ਵਧਾਈ ਜਾਵੇ। ਹੂੰ। ਤੇ ਹਾਂਜੀ ਤੁਸੀਂ ਉਹਨਾਂ ਨੂੰ ਪਿਛਲਾ ਇਸ਼ਤਿਹਾਰ ਦਿਖਾਇਆ ਸੀ 2008 ਦਾ, ਜਿਹੜਾ ਰਵੀ ਸਿੱਧੂ ਵੇਲੇ ਜਿਹੜੀ ਭਰਤੀ ਹੋਈ ਸੀ, ਜਦੋਂ ਪੀਸੀ ਦੇ ਚੇਅਰਮੈਨ ਸਨ ਉਹ ਰਵੀ ਸਿੱਧੂ, ਤੇ ਹਾਂਜੀ ਉਹ ਭਰਤੀ ਫਿਰ ਅਸੀਂ ਕਿਉਂਕਿ ਸਿਰੇ ਨਹੀਂ ਚੜ ਸਕੀ ਸੀ। ਹਾਂਜੀ ਅਸੀਂ ਉਹ ਇਸ਼ਤਿਹਾਰ ਨਾਲ ਲੈ ਕੇ ਗਏ ਸੀ। ਉਸ ਤੋਂ ਹੂੰ ਬਿਨਾਂ ਹੂੰ ਅਸੀਂ ਇਹ ਵੀ ਕਿਹਾ ਕਿ ਤੁਸੀਂ ਜੋ ਪੰਜਾਬ ਸਰਕਾਰ ਦੇ ਸਰਵਿਸ ਰੂਲਸ ਨੇ, ਉਹਨਾਂ ਵਿੱਚ ਇਹ ਹੂੰ ਬਕਾਇਦਾ ਹੂੰ ਲਿਖਿਆ ਹੋਇਆ ਹੈ ਕਿ ਪੰਜਾਬ ਹੂੰ ਹੂੰ ਸਰਕਾਰ ਟਾਈਮ ਟੂ ਟਾਈਮ ਜੇ ਕੋਈ ਅਸਾਮੀਆਂ ਕੱਢਦੀ ਹੈ, ਉਹਨਾਂ ਦੇ ਵਿੱਚ ਉਮਰ ਹੱਦ ਦਾ ਵਾਧਾ ਘਾਟਾ ਕਰ ਸਕਦੀ ਹੈ। ਇਹ ਕੋਈ ਹੂੰ ਪੱਕਾ ਰੂਲ ਨਹੀਂ ਹੈ ਕਿ 18% ਹੀ ਹੋਣਾ ਹੈ, ਤੇ ਹੂੰ ਹੂੰ ਵੀ ਇਸ ਕਰਕੇ ਇਸ ਵਿੱਚ ਵੀ ਪੰਜਾਬ ਸਰਕਾਰ ਇਹ ਵਧਾ ਸਕਦੀ ਹੈ। ਪਰ ਜਿਹੜਾ ਉਹਨਾਂ ਦਾ ਰਵੱਈਆ ਸੀ, ਉਹ ਸਾਡੀ ਗੱਲ ਸੁਣਨ ਹੂੰ ਵਾਲਾ ਨਹੀਂ ਸੀ, ਨਕਾਰਾਤਮਕ ਸੀ। ਤੇ ਉਹਨਾਂ ਨੇ ਕਿਹਾ ਹੂੰ ਵੀ ਹੂੰ ਇਹ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਤੁਸੀਂ ਰਿਟ ਕਰ ਦਿਓ, ਕੋਰਟ ਤੋਂ ਕਰਵਾ ਲਓ। ਅਸੀਂ ਉੱਥੇ ਵੀ ਹੂੰ ਕਿਹਾ ਕਿ ਅਸੀਂ ਰਿਟ ਕਰਨ ਨਹੀਂ ਆਏ, ਅਸੀਂ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹਾਂ। ਜੇ ਅੱਜ ਇੱਕ ਰਿਟ ਹੂੰ ਹੋਰ ਪੈ ਹੂੰ ਜਾਂਦੀ ਹੈ ਤਾਂ 20-25 ਸਾਲ ਹੂੰ ਰਿਟ ਦਾ ਫੈਸਲਾ ਨਹੀਂ ਹੋਣਾ। ਅੱਜ ਜਿਨ੍ਹਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ, ਉਹਨਾਂ ਨੂੰ ਰੁਜ਼ਗਾਰ ਨਹੀਂ ਹੂੰ ਮਿਲਣਾ। ਇਸ ਕਰਕੇ ਅਸੀਂ ਰਿਟ ਨਹੀਂ ਕਰਨੀ, ਚਾਹੇ ਤੁਸੀਂ ਉਮਰ ਹੱਦ ਨਾ ਵੀ ਵਧਾਓ ਤਾਂ ਵੀ ਰਿਟ ਨਹੀਂ ਕਰਾਂਗੇ। ਅਸੀਂ ਕਿਸੇ ਹੋਰ ਦਾ ਰੁਜ਼ਗਾਰ ਨਹੀਂ ਮਾਰਨਾ ਚਾਹੁੰਦੇ। ਪਰ ਵੈਸੇ ਹੂੰ ਤੁਹਾਡੀ ਜਿਹੜੀ ਐਕਸਰਸਾਈਜ਼ ਹੈ ਇਹ ਫੁਟਾਈਲ ਹੈ, ਜੇ ਇਹ ਨਾਲ ਲੰਬੇ ਸਮੇਂ ਤੋਂ ਬੇਰੁਜ਼ਗਾਰ ਰਹਿ ਰਹੇ ਹਿੱਸਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ। ਕ੍ਰਿਸ਼ਨ ਕੁਮਾਰ ਜੋ ਇਸ ਵੇਲੇ ਸਿੱਖਿਆ ਸਕੱਤਰ ਨੇ ਪੰਜਾਬ ਦੇ, ਕੁਝ ਹਿੱਸਿਆਂ ਵਿੱਚ ਉਹ ਬਹੁਤ ਪਸੰਦ ਕੀਤੇ ਜਾਂਦੇ ਨੇ ਤੇ ਕੁਝ ਹਿੱਸਿਆਂ ਨੂੰ ਉਹਨਾਂ ਨਾਲ ਬਹੁਤ ਤਕਲੀਫ ਹੈ। ਪਰ ਜੇ ਉਹ ਇਹ ਨਾ ਅਸਾਮੀਆਂ ਲਈ ਉਮਰ ਸੀਮਾ ਵਧਾਉਣ ਦੀ ਗੱਲ ਨਹੀਂ ਮੰਨ ਰਹੇ, ਜਿਵੇਂ ਕਿ ਤੁਸੀਂ ਆਖਿਆ ਕਿ ਉਹਨਾਂ ਦਾ ਰਵੱਈਆ ਤੁਹਾਡੇ ਲਈ ਹਮਦਰਦੀ ਭਰਿਆ ਨਹੀਂ ਸੀ, ਤਾਂ ਇਹ ਸੱਚਮੁੱਚ ਫਿਕਰ ਵਾਲੀ ਗੱਲ ਹੈ। ਕਿਉਂਕਿ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਇਹ ਖੁਦ ਸੋਚਣਾ ਚਾਹੀਦਾ ਹੈ ਕਿ ਉਮਰ ਦੇ ਨਾਲ ਕਿੰਨੇ ਲੋਕੀ ਵਾਂਝੇ ਰਹਿ ਜਾਣਗੇ, ਤੇ ਘੱਟੋ ਘੱਟ PhD ਤੱਕ ਦੀ ਇੰਨੀ ਪੜ੍ਹਾਈ ਕਰਨੀ ਕੋਈ ਸਖਾਲੀ ਨਹੀਂ। ਤੇ ਇਹਦੇ ਨਾਲ ਮਨਪ੍ਰੀਤ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਜਿਹੜੇ ਵਿੱਚ ਵਿਚਾਲੇ, ਜੇ ਇਹੀ ਉਮਰ ਰੱਖੀ ਜਾਂਦੀ ਹੈ 37 ਸਾਲ, ਇਹੀ ਫੈਸਲਾ ਲਾਗੂ ਰਹਿੰਦਾ, ਤਾਂ ਜਿਹੜੇ ਵਿੱਚ ਵਿਚਾਲੇ ਪੜ੍ਹੇ ਸੀ, ਜਿਸ ਤਰ੍ਹਾਂ ਆਪਾਂ ਜਦੋਂ ਤੁਸੀਂ ਪਿਛਲੀ ਵਾਰ ਸਾਡੇ ਸਟੂਡੀਓ ਆਏ ਸੀ ਤਾਂ ਇਹ ਗੱਲ ਹੋਈ ਸੀ ਕਿ ਬਹੁਤ ਸਾਰੇ ਲੋਕੀ ਥੋੜੇ ਥੋੜੇ ਪੈਸੇ ਲੈਂਦਿਆਂ ਬਿਨਾਂ ਪੈਨਸ਼ਨਾਂ ਤੋਂ ਰਿਟਾਇਰ ਵੀ ਹੋ ਚੁੱਕੇ ਨੇ। ਸਾਰੀ ਉਮਰ ਉਹ ਕੱਚੀਆਂ ਅਸਾਮੀਆਂ ਤੇ ਕੱਚੀ ਭਰਤੀ ਦੇ ਤਹਿਤ ਹੀ ਪੜਾਉਂਦੇ ਰਹੇ, ਤੇ ਉਹਨਾਂ ਦਾ ਨੁਕਸਾਨ ਤਾਂ ਹੋਏਗਾ ਹੀ, ਇਹਦੇ ਨਾਲ ਸਮਾਜਿਕ ਤੌਰ ਤੇ ਮਾੜਾ ਅਸਰ ਪਏਗਾ। ਲੋਕ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਨ ਤੋਂ ਰੋਕਣਗੇ, ਜਾਂ ਉਹ ਉਤਸ਼ਾਹਿਤ ਨਹੀਂ ਘੱਟੋ ਘੱਟ ਕਰਨਗੇ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਨ ਲਈ। ਇਦਾਂ ਦਾ ਕੋਈ ਅਸਰ ਤੁਸੀਂ ਮੰਨਦੇ ਹੋ ਕਿ ਪਏਗਾ? ਜੀ ਬਿਲਕੁਲ, ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਜੇ ਹੂੰ ਹੂੰ ਇਹ ਉਮਰ ਨਹੀਂ ਵਧਾਈ ਜਾਂਦੀ ਤਾਂ ਹੂੰ ਬਹੁਤ ਵੱਡਾ ਹਿੱਸਾ ਹੈ, ਉਸ ਹਿੱਸੇ ਦੇ ਵਿੱਚ ਮੈਂ ਵੀ ਸ਼ਾਮਲ ਹਾਂ, ਤੇ ਹੂੰ ਮੇਰੇ ਨਾਲ ਦੇ ਹੋਰ ਵੀ ਦੋਸਤ ਬਹੁਤ ਸ਼ਾਮਲ ਨੇ। ਯੂਨੀਵਰਸਿਟੀ ਅੱਜ ਮੈਂ ਗਿਆ ਸੀਗਾ, ਲਾਇਬ੍ਰੇਰੀ, ਬਹੁਤ ਸਾਰੇ ਦੋਸਤ ਹੂੰ ਮੈਨੂੰ ਉੱਥੇ ਮਿਲੇ ਜਿਨ੍ਹਾਂ ਨੇ ਇਹ ਗੱਲ ਹੂੰ ਰੱਖੀ ਕਿ ਸਰਕਾਰ ਇਹ ਕੀ ਕਰ ਰਹੀ ਹੈ, ਤੁਸੀਂ ਇਸ ਗੱਲ ਦੇ ਹੂੰ ਖਿਲਾਫ ਕੋਰਟ ਚਲੇ ਜਾਓ, ਤੁਹਾਨੂੰ ਇਸ ਗੱਲ ਦੇ ਉੱਪਰ ਕੁਝ ਕਰਨਾ ਚਾਹੀਦਾ ਹੈ। ਕਿ ਉਹ ਹੂੰ ਸਾਰੀ ਉਹ ਹਿੱਸਾ ਸੀ ਜਿਹੜਾ ਹਿੱਸਾ ਹੂੰ ਬਹੁਤ ਪੜ੍ਹਿਆ ਲਿਖਿਆ ਹੈ, ਬਹੁਤ ਕੁਆਲੀਫਾਈਡ ਜੀ ਹੈ, 2-2 3-3 ਹੂੰ ਹੂੰ MA ਕੀਤੀਆਂ ਹੋਈਆਂ, ਨੈਟ ਕੀਤਾ ਹੋਇਆ, PhD ਕੀਤੀ ਹੋਈ ਹੈ, ਕਈ ਪੋਸਟ ਡੌਕ ਕਰ ਰਹੇ ਨੇ, ਤੇ ਹੂੰ ਹੂੰ ਲੰਬੇ ਸਮੇਂ ਤੋਂ ਐਜ਼ ਗੈਸਟ ਫੈਕਲਟੀ ਬਹੁਤ ਥੋੜੀਆਂ ਤਨਖਾਹਾਂ ਤੇ ਪੜ੍ਹਾ ਰਹੇ ਨੇ, ਕਈ ਨਹੀਂ ਪੜ੍ਹਾ ਰਹੇ, ਬੇਰੁਜ਼ਗਾਰ ਫਿਰਦੇ ਹੈ। ਸੋ ਇਸ ਹੂੰ ਕਰਕੇ ਇਹ ਗੱਲ ਬਹੁਤ ਮਹੱਤਵਪੂਰਨ ਹੈ ਕਿ ਉਹ ਸਾਰੇ ਹਿੱਸੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ। ਜੇ ਇਸ ਹਿੱਸੇ ਨੂੰ ਰੁਜ਼ਗਾਰ ਨਹੀਂ ਮਿਲਦਾ ਤਾਂ ਬਹੁਤ ਵੱਡਾ ਹੂੰ ਹਿੱਸਾ ਪੀੜਤ ਰਹੂਗਾ, ਤੇ ਇਸ ਹੂੰ ਗੱਲ ਨੇ
ਬਹੁਤ ਵੱਡੇ ਹਿੱਸੇ ਨੂੰ ਨਿਰਉਤਸ਼ਾਹਿਤ ਕਰਨਾ ਹੈ ਕਿ ਇਹ ਹੂੰ ਸਾਡੇ ਵਾਸਤੇ ਸਰਕਾਰੀ ਕਾਲਜਾਂ ਜਿਹੜੀ ਅਸੀਂ ਪੜ੍ਹਾਈਆਂ ਕਰਦੇ ਹਾਂ, PhD MPhil ਕਰਦੇ ਹਾਂ, ਨੈਟ ਕਰਦੇ ਹਾਂ, ਇਹ ਸਾਡੇ ਹੂੰ ਵਾਸਤੇ ਹੂੰ ਕਦੇ ਵੀ ਰੁਜ਼ਗਾਰ ਦਾ ਵਸੀਲਾ ਨਹੀਂ ਬਣ ਸਕਦਾ। ਇਹ ਮੈਸੇਜ ਹੀ ਜਾਣਾ ਇਸ ਗੱਲ ਦਾ। ਤੇ ਕਾਲਜਾਂ 'ਚ ਪੜ੍ਹਾਈ ਤੇ ਵੀ ਕੋਈ ਅਸਰ ਪਏਗਾ ਵਿਦਿਆਰਥੀਆਂ ਤੇ ਜਾਂ ਖੋਜ ਦੇ ਕੰਮਾਂ ਤੇ, ਕਿਉਂਕਿ ਜਿੰਨੀ ਉਮਰ ਜੇ ਥੋੜੀ ਵੱਡੀ ਹੈ ਤਾਂ ਅਧਿਆਪਕਾਂ ਦੀ ਜਿਹੜੇ PhD ਨੇ ਤੇ ਉਹਨਾਂ ਨੇ ਕਿਤੇ ਬਿਹਤਰ ਪੜ੍ਹਾਉਣਾ ਸੀ, ਇਹੋ ਜਿਹਾ ਵੀ ਕੋਈ ਤੁਸੀਂ ਸੋਚਦੇ ਹੋ ਕਿ ਇਹ ਕੋਈ ਇਫੈਕਟਿਵ ਹੈ ਗੱਲ ਇਸ ਤਰ੍ਹਾਂ? ਨਹੀਂ, ਇਸ ਤੋਂ ਦੇਖੋ ਐ ਹੈ ਕਿ ਕਿਉਂਕਿ ਯੋਗਤਾ ਇੱਕ ਰੱਖੀ ਗਈ ਹੈ, ਜੋ ਮਿਨੀਮਮ ਯੋਗਤਾ ਹੈਗੀ ਹੈ UGC ਦੌਰਾਨ ਹੂੰ ਨਿਰਧਾਰਤ ਕੀਤੀ ਗਈ ਹੈ ਕਿ ਤੁਹਾਡੀ ਹੂੰ ਮਾਸਟਰਸ ਪਲੱਸ UGC ਨੈਟ ਹੋਣਾ ਚਾਹੀਦਾ ਹੈ। ਇਸ ਹੂੰ ਕਰਕੇ ਜਿਹੜੇ ਵੀ ਲੋਕ ਨਿਯੁਕਤ ਹੋਣਗੇ ਉਹ ਇਹ ਯੋਗਤਾ ਹੂੰ ਪੂਰੀ ਕਰਦੇ ਹੋਣਗੇ। ਤਾਂ ਅਸੀਂ ਹੂੰ ਇਹ ਨਹੀਂ ਹੂੰ ਕਹਿਣਾ ਚਾਹੁੰਦੇ ਕਿ ਅਸੀਂ ਉਹਨਾਂ ਨੂੰ ਕੋਈ ਵੱਧ ਯੋਗ ਆ ਤੇ ਉਹ ਸਾਡੇ ਨਾਲੋਂ ਘੱਟ ਯੋਗ ਹੋਣਗੇ, ਪਰ ਗੱਲ ਹੂੰ ਹੂੰ ਇਹ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਪੀੜਤ ਹਾਂ, ਉਹ ਹਲੇ ਹੂੰ ਹੁਣੇ ਆਏ ਨੇ ਖੇਤਰ ਦੇ ਵਿੱਚ। ਇਸ ਰੂਪ 'ਚ ਉਹਨਾਂ ਅਸੀਂ ਕੋਲੇ ਆਪਦਾ ਹੋਰ ਹੱਕ ਜ਼ਰੂਰ, ਮੌਕੇ ਵੀ ਆਉਣਗੇ। ਹੂੰ ਹੂੰ ਇਹ ਪਰ ਨਹੀਂ ਅਸੀਂ ਕਹਿੰਦੇ ਕਿ ਉਹਨਾਂ ਕਰਕੇ ਕੋਈ ਪੜ੍ਹਾਈ ਨੂੰ ਇਸ ਰੂਪ 'ਚ ਹਰਜਾ ਹੋਊਗਾ। ਉਹ ਵੀ ਯੋਗ ਅਧਿਆਪਕ ਹੀ ਹੋਣਗੇ, ਉਹਨਾਂ ਨੇ ਵੀ ਪੜ੍ਹਾਈਆਂ ਕੀਤੀਆਂ ਹੀ ਨੇ। ਹੂੰ ਹੂੰ ਤੇ ਇਹ ਗੱਲ। ਸੋ ਤੁਸੀਂ ਅਦਾਲਤ ਨਹੀਂ ਜਾਓਗੇ ਤੇ ਜੇ ਤੁਹਾਡੀ ਤੁਸੀਂ ਮੰਤਰੀ ਨੂੰ ਮਿਲੋਗੇ, ਉਚੇਰੀ ਸਿੱਖਿਆ ਮੰਤਰੀ ਨੂੰ, ਪ੍ਰਗਟ ਸਿੰਘ ਹੋਰਾਂ ਨੂੰ ਦੁਬਾਰਾ ਇਹ ਮੁੱਦਾ ਲੈ ਕੇ? ਹਾਂਜੀ, ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਮਿਲੀਏ। ਕੱਲ੍ਹ ਹੀ ਅਸੀਂ ਮਿਲਣ ਦੀ ਹੂੰ ਕੋਸ਼ਿਸ਼ ਕਰਾਂਗੇ। ਤੇ ਅਦਾਲਤ, ਅਸੀਂ ਮਤਲਬ ਇਹ ਮੇਰਾ ਨਿੱਜੀ ਫੈਸਲਾ ਹੈ, ਮੈਂ ਮੇਰੇ ਨਾਲ ਦੇ ਹੂੰ ਹੋਰ ਦੋਸਤ ਨੇ ਜਿਹੜੇ ਇਹ ਸਮਝਦੇ ਹਾਂ ਕਿ ਇਹ ਹੂੰ ਭਰਤੀ ਸਿਰੇ ਚੜ੍ਹੇ, ਜਿਹਨੂੰ ਵੀ ਰੁਜ਼ਗਾਰ ਮਿਲਦਾ ਮਿਲੇ। ਇਹ ਹੂੰ ਕਾਲਜਾਂ ਹੂੰ ਵਾਸਤੇ, ਪੰਜਾਬ ਦੀ ਵਾਸਤੇ, ਪੰਜਾਬੀ ਵਾਸਤੇ ਚੰਗੀ ਗੱਲ ਹੋਊਗੀ। ਪਰ ਕੋਈ ਹੋਰ ਜੀ ਜੀ ਹਿੱਸਾ ਹੋ ਸਕਦਾ ਜਿਹੜਾ ਅਦਾਲਤ ਚਲਿਆ ਜਾਵੇ। ਜੇ ਕੋਈ ਹਿੱਸਾ ਹੂੰ ਅਦਾਲਤ ਚਲਿਆ ਜਾਂਦਾ ਹੈ ਤਾਂ ਉਹਦੇ ਨਾਲ ਹੂੰ ਇਹ ਭਰਤੀ ਪ੍ਰਕਿਰਿਆ ਸਿਰੇ ਨਹੀਂ ਚੜੂਗੀ। ਜੇ ਸਿਰੇ ਨਹੀਂ ਹੂੰ ਚੜੂਗੀ ਤਾਂ ਕਾਲਜਾਂ ਦਾ ਹਾਲ ਜਿਹੜਾ ਹੈਗਾ ਉਹ ਫੇਰ ਇਸੇ ਤਰ੍ਹਾਂ ਹੀ ਬਣਿਆ ਰਹੂਗਾ। ਇਹ ਸਾਡੀ ਕਾਲਜਾਂ ਗੱਲ ਦਾ ਹਾਲ ਹੈਗੀ ਵੀ ਹੈ। ਮਾੜਾ ਹਾਂ, ਕਾਲਜਾਂ ਦਾ ਹਾਲ ਵੀ ਮਾੜਾ ਰਹੇਗਾ ਅਤੇ ਨਾਲ ਦੀ ਨਾਲ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਹੋਰ ਥੱਲੇ ਜਾਵੇਗਾ ਤੇ ਕਾਲਜ, ਕਿਉਂਕਿ ਪਹਿਲਾਂ ਹੀ ਸਰਕਾਰੀ ਕਾਲਜ ਮੰਦੇ ਹਾਲੀ ਹਨ। ਹਾਂਜੀ ਹਾਂਜੀ। ਮਨਪ੍ਰੀਤ, ਕੀ ਦੂਜੇ ਸੂਬਿਆਂ ਦੇ ਵੀ ਲੋਕੀ ਭਰਤੀ ਕੀਤੇ ਜਾਂਦੇ ਨੇ ਆਪਣੇ ਸਰਕਾਰੀ ਕਾਲਜਾਂ ਵਿੱਚ ਜਾਂ ਆਪਣੇ ਪੰਜਾਬ ਦੇ ਕਾਲਜਾਂ ਵਿੱਚ, ਜਾਂ ਇਹ ਜੇ ਹੁੰਦਾ ਹੈ ਤਾਂ ਇਹ ਜਾਇਜ਼ ਹੈ? ਦੇਖੋ, ਜੋ ਇਹਦੇ ਬਾਰੇ ਪਹਿਲਾਂ ਦਾ ਚੱਲ ਰਿਹਾ ਸਿਸਟਮ ਹੈ, ਜੋ ਹੂੰ ਪਹਿਲਾਂ ਦੀ ਹੂੰ ਪ੍ਰਕਿਰਿਆ ਫੋਲੋ ਹੋਈ ਹੈ, ਉਹਦੇ ਮੁਤਾਬਕ ਇਹ ਸ਼ਰਤ ਰੱਖੀ ਜਾਂਦੀ ਹੈ ਪੰਜਾਬ ਦੇ ਅੰਦਰ ਜਦੋਂ ਵੀ ਕੋਈ ਪੋਸਟਾਂ ਨਿਕਲਦੀਆਂ ਨੇ, ਉਹਦੇ ਹੂੰ ਵਿੱਚ ਇਹ ਸ਼ਰਤ ਹੁੰਦੀ ਹੈ ਕਿ ਜਿਹਨੇ ਵੀ ਅਪਲਾਈ ਕਰਨਾ ਹੈ, ਇੱਕ ਤਾਂ ਉਹ ਹੂੰ ਪੰਜਾਬ ਰਾਜ ਦਾ ਵਸਨੀਕ ਹੋਵੇ 5 ਸਾਲਾਂ ਤੋਂ, ਡੋਮੀਸਾਈਲ ਜਿਹਨੂੰ ਅਸੀਂ ਕਹਿੰਦੇ ਆ। ਹਾਂਜੀ ਦੂਜੀ ਉਹਦੇ ਚ ਦੂਜੀ ਚ ਗੱਲ ਹੁੰਦੀ ਹੈ ਕਿ ਉਹਨੇ ਹੂੰ 10ਵੀਂ ਤੱਕ ਪੰਜਾਬੀ ਦੀ ਪ੍ਰੀਖਿਆ ਲਾਜ਼ਮੀ ਜਿਹੜੀ ਹੈਗੀ ਆ ਉਹ ਕੀਤੀ ਹੋਵੇ। ਹੂੰ ਹੂੰ ਤੇ ਇਹ ਮੰਗ ਰੱਖੀ ਜਾਂਦੀ ਹੈ, ਜਿਹੜੇ ਨੇ ਇਹ ਦੋ ਸ਼ਰਤਾਂ ਪੂਰੀਆਂ ਕਰਦਾ, ਇਹਨਾਂ ਚੋਂ ਕੋਈ ਵੀ ਸ਼ਰਤ ਪੂਰੀ ਕਰਦਾ ਹੈ, ਉਹ ਇਹਨਾਂ ਪੋਸਟਾਂ ਹੂੰ ਹੂੰ ਵਾਸਤੇ ਅਪਲਾਈ ਕਰ ਸਕਦਾ ਹੈ। ਪਰ ਹੁਣ ਪਿਛਲੇ ਅੱਛਾ ਟਾਈਮ 'ਚ ਜਦੋਂ ਇਹ ਪੋਸਟਾਂ ਨਿਕਲੀਆਂ ਨੇ ਤਾਂ ਇੱਕ ਮੰਗ ਹੂੰ ਜ਼ਰੂਰ ਉੱਠ ਰਹੀ ਹੈ, ਕਾਫੀ ਹਿੱਸਾ ਉਠਾ ਹੂੰ ਰਿਹਾ ਹੈ ਕਿ ਇਹਨਾਂ ਹੂੰ ਪੋਸਟਾਂ ਦੇ ਵਿੱਚ ਜਿਹੜੀ ਵੱਧ ਤੋਂ ਵੱਧ ਪ੍ਰਤੀਨਿਧਤਾ ਹੈਗੀ ਹੈ ਉਹ ਪੰਜਾਬੀਆਂ ਹੂੰ ਨੂੰ ਹੂੰ ਮਿਲਣੀ ਚਾਹੀਦੀ ਹੈ। ਤੇ ਹੂੰ ਹੂੰ ਇਹਦੇ ਪਿੱਛੇ ਕਈ ਸਾਰੇ ਕਾਰਨ ਨੇ, ਕਈ ਸਾਰੀਆਂ ਗੱਲਾਂ ਹੂੰ ਨੇ। ਜੀ ਜੀ ਕਿ ਇੱਕ ਗੱਲ ਇਹ ਹੈ ਕਿ ਪਿਛਲੇ ਟਾਈਮ ਦੇ ਵਿੱਚ ਹਰਿਆਣੇ, ਹਿਮਾਚਲ ਦੇ ਵਿੱਚ, ਰਾਜਸਥਾਨ ਦੇ ਵਿੱਚ ਪੋਸਟਾਂ ਨਿਕਲੀਆਂ ਤਾਂ ਹੂੰ ਉੱਥੇ ਇੱਕ ਵਰਤਾਰਾ ਦੇਖਣ ਨੂੰ ਮਿਲਿਆ ਕਿ ਚਾਹੇ ਹੂੰ ਉਹਨਾਂ ਨੇ ਪਬਲਿਕਲੀ ਇਹ ਨਹੀਂ ਕਿਹਾ ਕਿ ਇਹ ਪੋਸਟਾਂ ਸਿਰਫ ਹਰਿਆਣੇ ਵਾਸਤੇ ਹੈ ਜਾਂ ਸਿਰਫ ਹਿਮਾਚਲ ਵਾਸਤੇ ਹੈ ਜਾਂ ਸਿਰਫ ਰਾਜਸਥਾਨ ਵਾਸਤੇ ਹੈ। ਕਿਹਾ ਜੀ ਉਹਨਾਂ ਨੇ ਜੀ ਇਹੀ ਹੈ ਕਿ ਤੁਸੀਂ ਹਿੰਦੀ ਪੜ੍ਹੀ ਹੋਵੇ 10ਵੀਂ ਤੱਕ, ਜਾਂ ਉਹਨਾਂ ਨੇ ਉਹ ਸ਼ਰਤਾਂ ਰੱਖੀਆਂ ਨੇ ਜਿਹਦੇ ਕਰਕੇ ਹੂੰ ਪੰਜਾਬ ਦੇ ਲੋਕਾਂ ਨੇ ਵੀ ਅਪਲਾਈ ਕੀਤਾ। ਪਰ ਜਦੋਂ ਹੂੰ ਉਹਨਾਂ ਦੀ ਚੋਣ ਕਰਨੀ ਸੀ, ਜਦੋਂ ਨਿਯੁਕਤੀ ਹੂੰ ਕਰਨੀ ਸੀ, ਉਸ ਸਮੇਂ ਹੂੰ ਪੰਜਾਬੀਆਂ ਨੂੰ ਦਰਕਿਨਾਰ ਕੀਤਾ ਗਿਆ, ਨਜ਼ਰਅੰਦਾਜ਼ ਕੀਤਾ ਗਿਆ, ਜਿਹਦੇ ਹੂੰ ਕਰਕੇ ਹੂੰ ਪੰਜਾਬ ਦੇ ਜਿਹੜੇ ਅੱਜ ਵਸਨੀਕ ਨੇ ਉਹਨਾਂ ਨੂੰ ਇਹ ਗੱਲ ਲੱਗ ਰਹੀ ਹੈ ਕਿ ਦੂਜੇ ਹੂੰ ਸੂਬੇ ਜਦੋਂ ਸਾਨੂੰ ਰੁਜ਼ਗਾਰ ਨਹੀਂ ਦਿੰਦੇ, ਜਦੋਂ ਸਾਨੂੰ ਉੱਥੇ ਮੌਕਾ ਹੂੰ ਨਹੀਂ ਮਿਲਦਾ, ਤਾਂ ਦੂਜੇ ਹੂੰ ਸੂਬਿਆਂ ਦੇ ਜਿਹੜੇ ਉਮੀਦਵਾਰ ਆ ਉਹ ਇੱਥੇ ਆ ਕੇ ਨੌਕਰੀ ਕਿਉਂ ਲੈਣ। ਇਹ ਗੱਲ ਹੈਗੀ ਹੈ। ਨਹੀਂ ਨਹੀਂ, ਪਰ ਮਨਪ੍ਰੀਤ, ਹਾਂਜੀ ਜਦੋਂ ਆਪਣੇ ਸੂਬੇ ਵਿੱਚ ਪਹਿਲਾਂ ਹੀ ਰੁਜ਼ਗਾਰ ਦੇ ਸਾਧਨ ਘੱਟ ਨੇ, ਸਾਡੇ ਇੰਡਸਟਰੀ ਬਹੁਤ ਘੱਟ ਹੈ ਤੇ ਜਿਹੜੀ ਹੈ ਸੀ ਉਹ ਨਾਲ ਦੇ ਸੂਬਿਆਂ 'ਚ ਜਾ ਰਹੀ ਹੈ, ਕਿਉਂਕਿ ਨਾਲ ਦੇ ਸੂਬਿਆਂ 'ਚ ਉਹਨਾਂ ਨੂੰ ਉੱਥੇ ਵੱਧ ਰਿਆਇਤਾਂ, ਛੋਟਾਂ ਮਿਲ ਰਹੀਆਂ ਨੇ ਤੇ ਫਿਰ ਖੇਤੀ ਸਾਡੀ ਖੜੋਤ ਵਿੱਚ ਆਈ ਹੋਈ ਹੈ ਤੇ ਖੇਤੀ, ਕਿਸਾਨ ਦਾ ਪੁੱਤ ਹੁਣ ਇਸ ਕਰਕੇ ਖੇਤੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਮੁਨਾਫੇ ਵਾਲਾ ਕਿੱਤਾ ਨਹੀਂ ਰਿਹਾ। ਮਿੱਟੀ 'ਚ ਮਿੱਟੀ ਹੋਊ ਤੇ ਤੁਹਾਨੂੰ ਫਸਲਾਂ ਦਾ ਭਾਅ ਨਹੀਂ ਮਿਲ ਰਿਹਾ ਤੇ ਪਿੰਡਾਂ ਵਿੱਚ ਹਾਂਜੀ ਖੇਤ ਮਜ਼ਦੂਰਾਂ ਦਾ ਜਾਂ ਸ਼ਹਿਰੀ ਮਜ਼ਦੂਰਾਂ ਦਾ ਤੁਸੀਂ ਹਾਲ ਦੇਖ ਲਿਆ ਹੈ ਕਿ ਉਹ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਨੇ ਤੇ ਪੜ੍ਹਾਈ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋ, ਸਿੱਖਿਆ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਤੇ ਇਸ ਸਾਰੇ ਕੁਝ ਦੇ ਚੱਲਦਿਆਂ ਫਿਰ ਰੁਜ਼ਗਾਰ ਤਾਂ ਕੀ ਤੁਹਾਨੂੰ ਨਹੀਂ ਜਾਪਦਾ ਕਿ ਪੰਜਾਬ ਵਿੱਚ ਰੁਜ਼ਗਾਰ ਪੰਜਾਬ ਵਾਲਿਆਂ ਲਈ ਉਹਨਾਂ ਦਾ ਪਹਿਲਾ ਹੱਕ ਹੈ?
ਨਹੀਂ, ਇਹ ਗੱਲ ਬਿਲਕੁਲ ਸਹੀ ਹੈ ਜੀ। ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗਾ ਕਿ ਪੰਜਾਬ ਦਾ ਪਹਿਲਾ ਹੱਕ ਬਣਨਾ ਚਾਹੀਦਾ ਹੈ। ਪੰਜਾਬੀ, ਹੂੰ ਜੇ ਪੰਜਾਬ ਦੀ ਧਰਤੀ ਤੇ ਕੋਈ ਰੁਜ਼ਗਾਰ ਪੈਦਾ ਹੋ ਰਿਹਾ ਹੈ ਤਾਂ ਉਹਦੇ ਤੇ ਪਹਿਲਾ ਹੂੰ ਹੱਕ ਪੰਜਾਬ ਨੂੰ ਬਣਨਾ ਚਾਹੀਦਾ ਹੈ। ਪਰ ਹੂੰ ਇਹਦੇ ਹੂੰ ਵਿੱਚ ਮੈਂ ਕੁਝ ਗੱਲਾਂ ਹੋਰ ਨੋਟ ਕਰਨੀਆਂ ਚਾਹਣਾ, ਜਿਹੜੀਆਂ ਜੀ ਮਹੱਤਵਪੂਰਨ ਨੇ। ਜੀ ਜੀ ਉਹ ਜਿਵੇਂ ਇਹ ਗੱਲ ਹੈ ਕਿ ਜਿਵੇਂ ਕਿ ਜਦੋਂ ਅਸੀਂ ਇਹ ਕਹਿੰਦੇ ਆ ਕਿ ਸਿਰਫ ਪੰਜਾਬ ਨੂੰ ਹੀ ਪ੍ਰਤੀਨਿਧਤਾ ਮਿਲੇ, ਹੋਰ ਕਿਸੇ ਨੂੰ ਨਾ ਹੂੰ ਮਿਲੇ, ਇਹਦੇ ਅਰਥ ਹੂੰ ਹੂੰ ਹੋਰ ਨੇ। ਪੰਜਾਬੀਆਂ ਨੂੰ ਇਸ ਗੱਲ ਦੇ ਵਿੱਚ ਪ੍ਰਮੁੱਖਤਾ ਮਿਲੇ, ਪੰਜਾਬੀਆਂ ਵਾਸਤੇ ਇੱਕ ਖਾਸ ਥਾਂ ਇਹਦੇ ਵਿੱਚ ਨਿਰਧਾਰਤ ਹੋਵੇ, ਉਹਨਾਂ ਨੂੰ ਇੱਕ ਪੱਕੀ ਥਾਂ ਮਿਲੇ, ਇਹ ਬਿਲਕੁਲ ਹੋਰ ਹੂੰ ਗੱਲ ਹੈ। ਹੂੰ ਜਿਹੜੀ ਇਹ ਗੱਲ ਹੈ ਕਿ ਪੰਜਾਬੀਆਂ ਨੂੰ ਪ੍ਰਮੁੱਖਤਾ ਮਿਲੇ, ਪੰਜਾਬੀਆਂ ਦਾ ਹੂੰ ਜਿਹੜਾ ਇਹਦੇ ਵਿੱਚ ਪ੍ਰਤੀਨਿਧਤਾ ਹੈਗੀ ਆ ਉਹ ਵੱਧ ਹੋਵੇ ਜਾਂ ਉਹ ਮਿਥੀ ਹੂੰ ਜਾਵੇ ਪੱਕੀ ਤੌਰ ਤੇ। ਜਿਵੇਂ ਹੂੰ ਕਹਿ ਸਕਦੇ ਹਾਂ ਕਿ ਜੇ 100 ਪੋਸਟ ਨਿਕਲਦੀ ਹੈ ਤਾਂ 90 ਹੂੰ ਪੰਜਾਬੀਆਂ ਵਾਸਤੇ ਰਾਖਵੀਆਂ ਹੋਣੀਆਂ ਚਾਹੀਦੀਆਂ ਨੇ। ਉਸ ਤੋਂ ਤੇ ਗਾਹਾਂ ਦੂਜੇ ਸੂਬੇ 10ਵੀਂ ਤੱਕ। ਦੂਜੇ ਸੂ ਨਹੀਂ ਮਨਪ੍ਰੀਤ, ਮੈਂ ਤੁਹਾਨੂੰ ਟੋਕਾਂਗੀ, ਤੇ ਦੂਜੇ ਸੂਬੇ ਵਿੱਚੋਂ ਭਰਤੀ ਤਾਂ ਕੀਤੀ ਜਾਵੇ ਜੇ ਪੰਜਾਬੀਆਂ ਵਿੱਚੋਂ ਕੋਈ ਯੋਗ ਨਹੀਂ ਮਿਲਦਾ ਬਾਕੀ 10 ਪੋਸਟਾਂ ਤੋਂ, ਜਿਵੇਂ ਤੁਸੀਂ ਕਹਿ ਰਹੇ ਹੋ। ਨਹੀਂ, ਉਹਦੇ 'ਚ ਦੇਖੋ ਸਿਰਫ ਇੰਨੀ ਗੱਲ ਹੈ ਕਿ ਹੂੰ ਹੂੰ ਦੂਜੇ ਸੂਬਿਆਂ 'ਚੋਂ ਇਹ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਨਹੀਂ ਹੈਗੇ ਮਤਲਬ ਉਮੀਦਵਾਰ, ਪਰ ਇਹ ਹੂੰ ਇੱਕ ਹੂੰ ਹੋਰ ਤਰ੍ਹਾਂ ਦੀ ਗੱਲ ਬਣ ਜਾਂਦੀ ਹੈ ਜਿਹਨੂੰ ਅਸੀਂ ਖੇਤਰਵਾਦ ਦੀ ਗੱਲ ਕਹਿੰਦੇ ਹਾਂ। ਕਿ ਹੂੰ ਹੂੰ ਜਦੋਂ ਅਸੀਂ ਇਸ ਨੂੰ ਇਸ ਰੂਪ 'ਚ ਸੀਮਿਤ ਕਰਦੇ ਹਾਂ ਕਿ ਸਿਰਫ ਤੇ ਸਿਰਫ ਪੰਜਾਬ ਵਾਸਤੇ ਹੀ ਹੋਵੇ, ਤਾਂ ਇੱਕ ਖੇਤਰੀਵਾਦ ਦੀ ਗੱਲ ਬਣ ਜਾਂਦੀ ਹੈ। ਕਿਉਂਕਿ ਐ ਨਹੀਂ ਹੈਗਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਪੰਜਾਬੀ ਜਾ ਕੇ ਨੌਕਰੀਆਂ ਨਹੀਂ ਕਰਦੇ। ਇਦੋਂ ਗਾਹਾਂ ਜੀ ਦਿੱਲੀ ਦੇ ਵਿੱਚ, ਹੋਰ ਸੂਬਿਆਂ ਦੇ ਵਿੱਚ ਵੀ ਪੰਜਾਬ ਦੇ ਲੋਕ ਹੂੰ ਹੂੰ ਨੌਕਰੀਆਂ ਕਰਦੇ ਹੈ। ਜੇ ਅਸੀਂ ਹੂੰ ਇਸ ਹੂੰ ਗੱਲ ਨੂੰ ਬਿਲਕੁਲ ਐਬਸੋਲੂਟ 'ਚ ਉਠਾਵਾਂਗੇ ਕਿ ਪੰਜਾਬ ਦੇ ਹੂੰ ਵਿੱਚ ਤਾਂ ਅਸੀਂ ਕਿਸੇ ਹੋਰ ਪ੍ਰਦੇਸ਼ ਵਾਲਾ ਬੰਦਾ ਦਾਖਲ ਹੀ ਨਹੀਂ ਹੋਣ ਦੇਣਾ, ਤਾਂ ਇਹੀ ਹੂੰ ਗੱਲ ਅਗਲੇ ਵੀ ਕਰ ਸਕਦੇ ਆਪਦੇ ਸੂਬਿਆਂ ਦੇ ਵਿੱਚ, ਤਾਂ ਇਹ ਇੱਕ ਹੂੰ ਹੂੰ ਹੋਰ ਕਿਸਮ ਦੇ ਵਰਤਾਰੇ ਨੂੰ ਜਨਮ ਦੇਊਗੀ। ਫਿਰ ਸਾਨੂੰ ਇਸ ਗੱਲ ਨਹੀਂ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ ਕਿ ਹੂੰ ਪੰਜਾਬੀ ਵੀ ਫਿਰ ਕਿਤੇ ਹੋਰ ਨਹੀਂ ਜਾਣਗੇ। ਠੀਕ ਹੈ, ਨਹੀਂ, ਪਰ ਜਿਹਦੇ ਤੁਸੀਂ ਕਰਕੇ ਹੁਣੇ ਕਹਿ ਕੇ ਹੁਣ ਹਟਿਓ, ਪਰ ਤੁਸੀਂ ਹੁਣੇ ਹੁਣੇ ਕਹਿ ਕੇ ਹਟਿਓ ਕਿ ਤੁਹਾਨੂੰ ਦੂਜੇ ਸੂਬਿਆਂ 'ਚ ਦਰਕਨਾਰ ਕੀਤਾ ਗਿਆ ਪੰਜਾਬੀਆਂ ਨੂੰ। ਇਹ ਤੁਸੀਂ ਹੁਣੇ ਕਹਿ ਕੇ ਹਟਿਓ। ਪ੍ਰੈਕਟਿਸ 'ਚ ਕੀਤਾ ਗਿਆ ਹੈ, ਪ੍ਰੈਕਟਿਸ 'ਚ ਕੀਤਾ ਗਿਆ, ਹੂੰ ਤੇ ਇਹ ਉਸੇ ਗੱਲ ਦਾ ਰਿਸਪੌਂਸ ਹੈ। ਮੈਂ ਇਹੀ ਗੱਲ ਕਹੀ ਹੈ ਕਿ ਉਹਨਾਂ ਨੇ ਜੀ ਦਰਕਨਾਰ ਕੀਤਾ ਹੈ, ਤੇ ਇਹਦੇ ਹੂੰ ਕਰਕੇ ਹੂੰ ਹੀ ਇੱਕ ਪੰਜਾਬ ਦੇ ਜਿਹੜੇ ਪੰਜਾਬ ਦੇ ਜਿਹੜੇ ਵਸਿੰਦੇ ਹੈਗੇ ਆ, ਉਹਨਾਂ ਨੂੰ ਹੂੰ ਹੂੰ ਇਸ ਗੱਲ ਦੇ ਉੱਪਰ ਰੋਕ ਹੈਗਾ ਹੈ। ਠੀਕ ਹੈ, ਹੂੰ ਉਹ ਇਹਦਾ ਇੱਕ ਹੂੰ ਹੋਰ ਪੱਖ ਹੈ ਜਿਹੜਾ ਜਿਹੜਾ ਮਹੱਤਵਪੂਰਨ ਮੈਂ ਸਾਹਮਣੇ ਲਿਆਉਣਾ ਚਾਹੁੰਦਾ। ਉਹ ਇਹ ਹੂੰ ਹੈ ਕਿ ਜਦੋਂ ਤੁਸੀਂ 25 ਸਾਲ ਜੀ ਰੁਜ਼ਗਾਰ ਦਿੰਦੇ ਹੋ, ਹੂੰ ਜਦੋਂ ਰੁਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਬਹੁਤ ਹੂੰ, ਥੋੜਾ ਦਿੰਦੇ ਹੋ। ਤਾਂ ਜੀ ਇੱਕ ਬਹੁਤ ਵੱਡਾ ਹਿੱਸਾ, ਹੁਣ ਅਸੀਂ ਕਹੀਏ ਕਿ 1150 ਪੋਸਟਾਂ ਭਰਨੀਆਂ ਨੇ, ਜੇ ਅਸੀਂ ਹੂੰ ਇਹਨੂੰ ਹੂੰ ਇਕੱਲੇ ਪੰਜਾਬ ਵਾਸਤੇ 20 ਕਰ ਦਈਏ, ਤਾਂ ਹੂੰ ਵੀ ਹੂੰ ਇੱਥੇ ਜਿਹੜੇ ਸਾਰੇ ਯੋਗ ਉਮੀਦਵਾਰ ਫਿਰਦੇ ਆ, ਉਹਨਾਂ ਨੂੰ ਹੂੰ ਰੁਜ਼ਗਾਰ ਨਹੀਂ ਮਿਲਦਾ। ਇਸ ਤੋਂ ਨਹੀਂ ਗਾਹਾਂ ਪੂਰਿਆਂ ਨੂੰ ਮਿਲਦਾ। ਹੋਰ ਬਹੁਤ, ਹੂੰ ਠੀਕ ਹੈ, ਇਸ ਤੋਂ ਗਾਹਾਂ ਹੂੰ ਹੋਰ ਬਹੁਤ ਮਸਲੇ ਹੈ। ਇੱਥੇ ਗੈਸਟ ਹੂੰ ਫੈਕਲਟੀ ਅਧਿਆਪਕਾਂ ਦੀ ਜਥੇਬੰਦੀ ਹੈ, ਉਹ 450-500 ਦੇ ਕਰੀਬ ਉਹਨਾਂ ਦੀ ਗਿਣਤੀ ਹੈ, ਜਿਹੜੇ ਜੀ ਜੀ ਐਲੀਜੀਬਲ ਹੈ ਤੇ ਕਈ ਸਾਲ ਇੱਥੇ ਪੜ੍ਹਾ ਰਹੇ ਨੇ ਕਾਲਜਾਂ ਦੇ ਵਿੱਚ, ਜਿਹੜੇ ਹੂੰ ਹੂੰ ਮੰਗ ਕਰ ਰਹੇ ਨੇ ਹੂੰ ਰੈਗੂਲਰ ਕੀਤਾ ਜਾਵੇ। ਜੀ ਠੀਕ ਹੈ, ਜੀ ਉਹਨਾਂ ਦੀ ਮੰਗ ਸਰਕਾਰ ਨੇ ਨਹੀਂ ਮੰਨੀ, ਕਿਉਂਕਿ ਇਹ ਹੂੰ ਕਾਨੂੰਨੀ ਤੌਰ ਤੇ ਸੰਭਵ ਨਹੀਂ ਹੈ। ਇਦਾਂ ਹੀ ਹੂੰ ਇੱਥੇ ਹੂੰ ਹੋਰ ਹਿੱਸੇ ਹੈਗੇ ਨੇ ਕਾਲਜਾਂ ਦੇ ਵਿੱਚ ਲੰਬੇ ਹੂੰ ਸਮੇਂ ਤੋਂ ਪੜ੍ਹਾ ਰਹੇ ਆ, ਜਿਹੜੇ ਮੰਗ ਕਰ ਰਹੇ ਕਿ ਸਾਡਾ ਰੁਜ਼ਗਾਰ ਪੱਕਾ ਕਰੋ। ਤਾਂ ਹੂੰ ਰੁਜ਼ਗਾਰ ਦੀ ਜਿਹੜੀ ਲੋੜ ਹੈ ਉਹ ਬਹੁਤ ਹੂੰ ਜ਼ਿਆਦਾ ਹੈ। ਹੁਣ ਹੂੰ ਹੂੰ ਲੋੜ ਇਸ ਗੱਲ ਦੀ ਹੈ, ਜੋ ਅਸੀਂ ਹੂੰ ਜਿਹੜਾ ਸਰਕਾਰੀ ਕਾਲਜ ਬਚਾਓ ਮੰਚ ਬਣਾਇਆ ਹੈ, ਉਹਦੇ ਵੱਲੋਂ ਇਹ ਹੂੰ ਮੰਗ ਉਠਾਈ ਸੀ। ਅਸੀਂ ਇਹ ਨਹੀਂ ਕਿਹਾ ਸੀ ਕਿ ਇੱਥੇ 1130 ਪੋਸਟਾਂ ਭਰੋ ਜਾਂ 1150 ਪੋਸਟਾਂ ਭਰੋ। ਅਸੀਂ ਇਹ ਹੂੰ ਕਿਹਾ ਸੀ ਕਿ ਸਾਰੀਆਂ ਪੋਸਟਾਂ ਭਰੋ। ਇੱਕ ਤਾਂ ਪਹਿਲੀ ਗੱਲ ਤਾਂ ਹੂੰ ਸਾਰੀਆਂ ਪੋਸਟਾਂ ਭਰੋ। ਦੂਜੀ ਗੱਲ, ਹੂੰ 50 ਸਰਕਾਰੀ ਕਾਲਜ ਹੋਰ ਖੋਲੋ, ਨਵੀਆਂ ਪੋਸਟਾਂ ਪੈਦਾ ਕਰੋ ਤੇ ਉਹ ਵੀ ਭਰੋ। ਹੂੰ ਦੂਜੀ ਗੱਲ ਅਸੀਂ ਕਹੀ ਸੀ, ਪੰਜਾਬ ਦੇ ਸਾਰੇ ਕੰਸਟੀਟਿਊਂਟ ਕਾਲਜ, 30 ਦੇ ਕਰੀਬ ਕੰਸਟੀਟਿਊਂਟ ਕਾਲਜ ਨੇ, ਰੀਜਨਲ ਜੀ ਸੈਂਟਰ ਜੀ ਨੇ ਤੇ ਯੂਨੀਵਰਸਿਟੀਆਂ ਨੇ, ਹੂੰ ਇਹਨਾਂ ਦੇ ਹੂੰ ਵਿੱਚ ਵੀ ਰੈਗੂਲਰ ਭਰਤੀ ਕਰੋ। ਜੇ ਇਹ ਸਾਰੀ ਜੀ ਭਰਤੀ ਹੁੰਦੀ, ਜੇ ਇਹ ਸਾਰੀ ਹੂੰ ਭਰਤੀ ਹੋ ਜਾਂਦੀ ਹੈ, ਇਹਨਾਂ ਸਾਰਿਆਂ ਥਾਵਾਂ ਤੇ ਪੱਕੀਆਂ ਪੋਸਟਾਂ ਨਿਕਲਦੀਆਂ ਨੇ, ਤਾਂ ਇਹ ਜੀ ਮਸਲਾ ਨਹੀਂ ਉੱਠਦਾ ਕਿ ਹਰਿਆਣੇ ਜਾਂ ਹਿਮਾਚਲ ਤੋਂ ਕੋਈ ਆਵੇ ਕਿ ਨਾ ਆਵੇ, ਫਿਰ ਇੱਥੇ ਸਾਰਿਆਂ ਨੂੰ ਰੁਜ਼ਗਾਰ ਮਿਲ ਜੂਗਾ। ਹੁਣ ਕਿਉਂਕਿ ਓਕੇ ਇਹਨਾਂ 'ਚ ਭਰਤੀ ਨਹੀਂ ਹੋ ਰਹੀ, ਸਿਰਫ ਥੋੜੀ ਹੂੰ ਗਿਣਤੀ 'ਚ ਪੋਸਟਾਂ ਨਿਕਲੀਆਂ ਨੇ, ਤਾਂ ਹਰੇਕ ਨੂੰ ਇਹ ਹੂੰ ਗੱਲ ਲੱਗ ਰਹੀ ਹੈ ਕਿ ਮੈਂ ਰਹਿ ਜਾਊਂਗਾ ਤੇ ਦੂਜੇ ਸੂਬੇ ਵਾਲਾ ਲੈ ਜਾਊਗਾ। ਤਾਂ ਇਹਦੇ 'ਚ ਮੈਂ ਇਹ ਹੂੰ ਨਹੀਂ ਕਹਿੰਦਾ ਕਿ ਮੈਂ ਜਿਹੜੀ ਗੱਲ ਸਾਫ਼ ਤੌਰ ਤੇ ਕਹਿਣਾ ਚਾਹੁੰਦਾ, ਮੈਂ ਇਹ ਬਿਲਕੁਲ ਕਹਿਣਾ ਕਿ ਹੂੰ ਪੰਜਾਬ ਹੂੰ ਦੇ ਲੋਕਾਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਹੂੰ ਹੂੰ ਲੋਕਾਂ ਦੀ ਜਿਹੜੀ ਨੁਮਾਇੰਦਗੀ ਹੈ, ਉਹ ਇਹਨਾਂ ਪੋਸਟਾਂ ਦੇ ਵਿੱਚ ਸਭ ਤੋਂ ਵੱਧ ਹੋਣੀ ਚਾਹੀਦੀ ਹੈ। ਪਰ ਹੂੰ ਹੂੰ ਇਹ ਗੱਲ ਖੇਤਰੀਵਾਦ ਨਾਲ ਜੁੜ ਕੇ ਨਾ ਬਣੇ, ਜਿਹੜਾ ਉਹ ਬਣ ਜਾਂਦਾ ਕਿ ਪੰਜਾਬ ਨਾਲ ਧੱਕਾ ਹੁੰਦਾ ਜਾਂ ਹੋਰ ਹੁੰਦਾ। ਇਹ ਸਾਰੇ ਕਿਤੇ ਇਕੁਅਲ ਹੀ ਹੈ। ਹੂੰ ਜੇ ਹਰਿਆਣੇ ਵਾਲਿਆਂ ਨੇ ਪੰਜਾਬੀਆਂ ਨੂੰ ਰੁਜ਼ਗਾਰ ਨਹੀਂ ਦਿੱਤਾ, ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਹੂੰ ਅਸੀਂ ਹਰਿਆਣੇ ਵਾਲਿਆਂ ਨੂੰ ਹਿਮਾਚਲ ਵਾਲਿਆਂ ਨੂੰ ਦੇਣਾ। ਗੱਲ ਇਹ ਹੈ ਹੂੰ ਕਿ ਹੂੰ ਰੁਜ਼ਗਾਰ ਥੋੜਾ ਹੈ,
ਲੋੜ ਜ਼ਿਆਦਾ ਦੀ ਹੈ। ਸਾਡਾ ਮੁੱਖ ਨਿਸ਼ਾਨਾ ਇਹ ਬਣਨਾ ਚਾਹੀਦਾ ਕਿ ਸਾਰੇ ਥਾਵਾਂ ਤੇ ਭਰਤੀ ਹੋਵੇ। ਉਹ ਜਿਹੜੀ ਭਰਤੀ ਹੋ ਰਹੀ ਹੈ ਉਹਦੇ 'ਚ ਪੰਜਾਬੀਆਂ ਦੀ ਨੁਮਾਇੰਦਗੀ ਵੱਧ ਹੋਣੀ ਚਾਹੀਦੀ ਹੈ। ਇਸ ਗੱਲ ਨਾਲ ਮੇਰੀ ਸਹਿਮਤੀ ਹੈ। ਇਹਦਾ ਕੋਈ ਪੈਰਾਮੀਟਰ ਬਣ ਸਕਦਾ ਹੈ। ਉਹ ਇਹ ਹੈ ਵੀ ਅਸੀਂ ਸਰਕਾਰੀ ਕਾਲਜ ਬਚਾਓ ਮੰਚ ਬਣੀ ਹੋਈ ਇਸ ਗੱਲ ਦੇ ਉੱਪਰ ਹਲੇ ਕੋਈ ਫੈਸਲਾ ਨਹੀਂ ਲਿਆ ਕਿ ਅਸੀਂ ਇਹਦਾ ਪੈਰਾਮੀਟਰ ਬਣਾਉਣਾ ਕੀ ਹੈ। ਅਸੀਂ ਮੀਟਿੰਗ ਕਰਨੀ ਹੈ, ਇੱਕ ਦੇ ਦਿਨ ਕਰਾਂਗੇ, ਸ਼ਾਇਦ ਅੱਜ ਹੀ ਕਰ ਲਈਏ, ਜਿਹਨੂੰ ਅਸੀਂ ਸਾਫ਼ ਇਸ ਗੱਲ ਦੇ ਪੁੱਛਣ ਲਵਾਂਗੇ ਕਿ ਕਿੰਨੇ % ਪੰਜਾਬੀਆਂ ਵਾਸਤੇ ਹੋਣ ਜਾਂ ਕਿੰਨੇ ਨਾ ਹੋਣ, ਕਿੰਨੀਆਂ ਹੋਰ ਸਟੇਟਾਂ ਵਾਸਤੇ ਹੋਵੇ। ਲੇਕਿਨ ਜਦੋਂ ਇਹ ਅਸੀਂ ਫੈਸਲਾ ਨਹੀਂ ਕੀਤਾ ਮੰਚ ਕੰਨੀਓ, ਤਾਂ ਮੈਂ ਅਧਿਕਾਰ ਆਪਦੇ ਬੰਨਿਓ ਜਿਹੜੀ ਮੈਂ ਗੱਲ ਕਹਿ ਸਕਦਾ ਉਹ ਇਹ ਕਹਿ ਸਕਦਾ ਕਿ ਇਹ ਗੱਲ ਬਿਲਕੁਲ ਸਹੀ ਹੈ ਕਿ ਪੰਜਾਬੀਆਂ ਦੀ ਪ੍ਰਤੀਨਿਧਤਾ ਵੱਧ ਹੋਣੀ ਚਾਹੀਦੀ ਹੈ। ਉਹਨਾਂ ਦੇ ਹਿੱਤ ਬਚਾਏ ਜਾਣੇ ਚਾਹੀਦੇ, ਉਹਨਾਂ ਦੇ ਹਿੱਤ ਸੇਫ ਰਹਿਣੇ ਚਾਹੀਦੇ ਇਸ ਭਰਤੀ ਦੇ ਵਿੱਚ। ਤੇ ਇਹਦੇ ਨਾਲ ਹੀ ਪਰ ਇਹ ਜਿਹੜੀਆਂ ਪੋਸਟਾਂ ਨੇ ਥੋੜੀਆਂ ਨੇ, ਇਹ ਜਿਹੜੀ ਥੋੜ ਹੈ ਪੋਸਟਾਂ ਦੀ ਰੁਜ਼ਗਾਰ ਦੀ, ਇਹ ਪੂਰੇ ਕਰੇ ਬਿਨਾਂ ਜੇ ਅਸੀਂ ਐਂ ਵੀ ਕਰ ਦਈਏ ਕਿ 100% ਪੰਜਾਬੀਆਂ ਵਾਸਤੇ ਕਰ ਦਿਆਂਗੇ, ਹੋਰ ਕਿਸੇ ਸੂਬੇ ਨੂੰ ਅਸੀਂ ਨਾ ਦੇਈਏ ਕੋਈ ਰੁਜ਼ਗਾਰ, ਕੁੱਲ ਕਿੰਨੀਆਂ ਅਸਾਮੀਆਂ ਖਾਲੀ ਨੇ? 1800 ਦੇ ਕਰੀਬ ਖਾਲੀ ਨੇ ਕਿ ਵੱਧ ਖਾਲੀ ਨੇ? ਤਾਂ ਇਹਦੇ 'ਚ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੋ ਅਸੀਂ ਇਹ ਗੱਲ ਕਰਦੇ ਹਾਂ ਜਦੋਂ ਕਿ ਜਿਹੜੀਆਂ ਇਹ ਪੋਸਟਾਂ ਨੇ, ਜਿਹੜੇ ਇਹ ਪੋਸਟਾਂ ਕਾਲਜਾਂ ਦੇ ਵਿੱਚ ਨਿਕਲੀਆਂ ਨੇ, ਇਹ ਸਿਰਫ ਪੰਜਾਬ ਦੇ ਲੋਕਾਂ ਵਾਸਤੇ ਹੀ ਰਾਖਵੀਆਂ ਹੋਣੀਆਂ ਚਾਹੀਦੀਆਂ ਨੇ। ਇਹਦੇ 'ਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਦੋ ਗੱਲਾਂ ਲੱਗਦੀਆਂ ਨੇ। ਇੱਕ ਗੱਲ ਤਾਂ ਹੈਗੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਪੋਸਟਾਂ ਦੇ ਵਿੱਚ ਵੱਧ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ ਤੇ ਉਹਨਾਂ ਦੀ ਜਿਹੜੀ ਥਾਂ ਹੈ ਉਹ ਬਕਾਇਦਾ ਰਾਖਵੀਂ ਉਹਨਾਂ ਵਾਸਤੇ ਬਣਨੀ ਚਾਹੀਦੀ ਹੈ। ਇਹ ਗੱਲ ਠੀਕ ਹੈ ਕਿ ਜੇ ਪੰਜਾਬ ਦੇ ਵਿੱਚ ਪੋਸਟਾਂ ਨਿਕਲ ਰਹੀਆਂ ਨੇ ਤਾਂ ਪੰਜਾਬੀਆਂ ਨੂੰ ਵਿੱਚ ਵੱਧ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਜਿਵੇਂ ਪਿਛਲੇ ਟਾਈਮ ਦੇ ਵਿੱਚ ਜਦੋਂ ਹਰਿਆਣਾ, ਰਾਜਸਥਾਨ ਜਾਂ ਹਿਮਾਚਲ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਉੱਥੇ ਜੋ ਇਸ਼ਤਿਹਾਰ ਜਾਰੀ ਹੋਏ ਉਹਨਾਂ 'ਚ ਪੰਜਾਬੀਆਂ ਨੂੰ ਵੀ ਥਾਂ ਦਿੱਤੀ ਗਈ ਸੀ। ਪਰ ਜੋ ਅਮਲੀ ਰੂਪ 'ਚ ਸਾਹਮਣੇ ਆਇਆ, ਜੋ ਪ੍ਰੈਕਟਿਸ ਚੱਲੀ, ਉਹਦੇ ਵਿੱਚ ਉਹਨਾਂ ਨੇ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕੀਤਾ। ਬਹੁਤ ਘੱਟ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਨੂੰ ਉੱਥੇ ਰੁਜ਼ਗਾਰ ਦਿੱਤਾ ਗਿਆ, ਜਿਸ ਕਰਕੇ ਪੰਜਾਬੀਆਂ ਦੇ ਅੰਦਰ ਵੀ ਇਹ ਗੱਲ ਲੱਗ ਰਹੀ ਹੈ ਕਿ ਜਦੋਂ ਪੰਜਾਬ ਦੇ ਅੰਦਰ ਰੁਜ਼ਗਾਰ ਲੈਣਾ ਹੈ ਉਦੋਂ ਦੂਜੇ ਸੂਬੇ ਹੈ, ਪਰ ਜਦੋਂ ਅਸੀਂ ਦੂਜੇ ਸੂਬਿਆਂ 'ਚ ਰੁਜ਼ਗਾਰ ਲੈਣ ਜਾਂਦੇ ਹਾਂ ਤਾਂ ਸਾਡੇ ਨਾਲ ਜ਼ਿਆਦਤੀ ਹੁੰਦੀ ਹੈ, ਧੱਕਾ ਹੁੰਦਾ, ਸਾਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇਹਦੇ 'ਚ ਦੋ ਗੱਲਾਂ ਨੇ। ਇੱਕ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ ਇਹਨੂੰ ਪੂਰੇ ਦਾ ਪੂਰਾ ਐਬਸੋਲੂਟ ਕਹਿੰਦੇ ਆ ਕਿ ਅਸੀਂ ਕਿਸੇ ਹੋਰ ਸੂਬੇ ਦੇ ਕਿਸੇ ਵੀ ਬੰਦੇ ਨੂੰ ਇੱਥੇ ਦਾਖਲ ਨਹੀਂ ਹੋਣ ਦੇਣਾ, ਇਹ ਇੱਕ ਖੇਤਰੀਵਾਦੀ ਪਹੁੰਚ ਹੈ। ਇਹ ਖੇਤਰੀਵਾਦੀ ਪਹੁੰਚ ਹੈ ਜਿਹੜੀ ਇਹ ਸਾਡੇ ਹੋਰ ਸੂਬਿਆਂ ਨਾਲ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਉਣ ਵਾਲੀ ਹੈ। ਇਸ ਰੂਪ 'ਚ ਵੀ ਹੈ ਕਿ ਇਹ ਨਹੀਂ ਹੈਗਾ ਕਿ ਪੰਜਾਬ ਦੇ ਬੰਦੇ ਕਿਤੇ ਭਾਰਤ ਦੇ ਹੋਰ ਕਿਤੇ ਜਾ ਕੇ ਰੁਜ਼ਗਾਰ ਨਹੀਂ ਲੈਂਦੇ। ਪੰਜਾਬ ਦੇ ਬੰਦੇ ਦਿੱਲੀ 'ਚ ਵੀ ਨੌਕਰੀਆਂ ਕਰਦੇ ਨੇ, ਹਰਿਆਣੇ 'ਚ ਵੀ ਕਰਦੇ ਨੇ, ਹਿਮਾਚਲ 'ਚ ਵੀ ਕਰਦੇ ਨੇ, ਯੂਪੀ 'ਚ ਵੀ ਕਰਦੇ ਨੇ, ਹੋਰ ਸਟੇਟਾਂ 'ਚ ਵੀ ਕਰਦੇ ਨੇ। ਜੇ ਅਸੀਂ ਇਹ ਕਹਾਂਗੇ ਕਿ ਅਸੀਂ ਕਿਸੇ ਹੋਰ ਸੂਬੇ ਦੇ ਦਾਖਲ ਨਹੀਂ ਹੋਣ ਦੇਣਾ ਤਾਂ ਇਹਦਾ ਮਤਲਬ ਇਹ ਵੀ ਬਣੂਗਾ ਕਿ ਦੂਜੇ ਸੂਬੇ ਸਾਨੂੰ ਵੀ ਆਪਣੇ ਸੂਬਿਆਂ 'ਚ ਦਾਖਲ ਨਹੀਂ ਹੋਣ ਦੇਣਗੇ। ਸੋ ਇਸ ਰੂਪ ਦੇ ਵਿੱਚ ਇਹਨੂੰ ਸਵੀਪਿੰਗ ਬਣਾਉਣਾ, ਇਹਨੂੰ ਐਬਸੋਲੂਟ ਬਣਾਉਣਾ, ਇਹ ਗੱਲ ਠੀਕ ਨਹੀਂ ਹੈ। ਪਰ ਇਹਦੇ ਨਾਲ ਹੀ ਇੱਥੇ ਵੱਧ ਤੋਂ ਵੱਧ ਪ੍ਰਤੀਨਿਧਤਾ ਪੰਜਾਬੀਆਂ ਨੂੰ ਮਿਲੇ, ਇਹ ਗੱਲ ਜ਼ਰੂਰੀ ਹੈ। ਹੁਣ ਇਹਦਾ ਇੱਕ ਦੂਜਾ ਪਾਸਾ ਇਹ ਹੈ, ਜਦੋਂ ਇਹ ਗੱਲ ਉੱਠਦੀ ਹੈ, ਜਦੋਂ ਇਹ ਮੰਗ ਬਣਦੀ ਹੈ ਕਿ ਸਿਰਫ ਤੇ ਸਿਰਫ ਪੰਜਾਬੀਆਂ ਵਾਸਤੇ ਹੋਵੇ, ਉਹਦਾ ਕਾਰਨ ਸਾਨੂੰ ਜਿਹੜਾ ਹੈਗਾ ਇੱਕ ਹੋਰ ਥਾਂ ਤੇ ਲੱਭਣ ਦੀ ਵੀ ਲੋੜ ਹੈਗੀ ਹੈ। ਉਹ ਇਸ ਰੂਪ 'ਚ ਲੱਭਣ ਦੀ ਲੋੜ ਹੈ ਕਿ 25 ਸਾਲ ਤੋਂ ਭਰਤੀ ਇੱਥੇ ਨਹੀਂ ਕੀਤੀ ਗਈ। ਭਰਤੀ ਨਾ ਹੋਣ ਕਰਕੇ ਬਹੁਤ ਵੱਡਾ ਹਿੱਸਾ ਜਿਹੜਾ ਉਹ ਬੇਰੁਜ਼ਗਾਰ ਫਿਰ ਰਿਹਾ, ਕੁਆਲੀਫਾਈਡ ਹੋਣ ਦੇ ਬਾਵਜੂਦ ਬੇਰੁਜ਼ਗਾਰ ਹੈਗਾ। ਲੋੜ ਇਸ ਗੱਲ ਦੀ ਸੀ ਕਿ ਉਹ ਸਾਰਾ ਹਿੱਸਾ ਜਿਹੜਾ ਅੱਜ ਬੇਰੁਜ਼ਗਾਰ ਫਿਰਦਾ ਹੈ ਉਹਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾਂਦਾ। ਉਸ ਰੁਜ਼ਗਾਰ ਨੂੰ ਪ੍ਰਦਾਨ ਕਰਨ ਵਾਸਤੇ ਲੋੜ ਸੀ ਕਿ ਸਾਰੇ ਕੰਸਟੀਟਿਊਂਟ ਕਾਲਜਾਂ ਦੇ ਵਿੱਚ, ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ, ਸਾਰੇ ਰੀਜਨਲ ਸੈਂਟਰਾਂ ਦੇ ਵਿੱਚ ਤੇ ਸਾਰੇ ਸਰਕਾਰੀ ਕਾਲਜਾਂ ਦੇ ਵਿੱਚ ਪੋਸਟਾਂ ਭਰੀਆਂ ਜਾਂਦੀਆਂ। ਨਵੇਂ ਸਰਕਾਰੀ ਕਾਲਜ ਖੋਲੇ ਜਾਂਦੇ, ਉੱਥੇ ਪੋਸਟਾਂ ਭਰੀਆਂ ਜਾਂਦੀਆਂ। ਫਿਰ ਇਹ ਮਸਲਾ ਹੀ ਨਹੀਂ ਰਹਿਣਾ ਸੀ ਕਿ ਕੋਈ ਹਰਿਆਣੇ ਜਾਂ ਹਿਮਾਚਲ ਦਾ ਆਵੇ ਕਿ ਨਾ ਆਵੇ, ਕਿਉਂਕਿ ਸਾਰਿਆਂ ਨੂੰ ਰੁਜ਼ਗਾਰ ਉਪਲਬਧ ਹੋ ਸਕਦਾ ਸੀ। ਹੁਣ ਕਿਉਂਕਿ ਰੁਜ਼ਗਾਰ ਦਿੱਤਾ ਹੀ ਬਹੁਤ ਸੀਮਤ ਜਾ ਰਿਹਾ ਹੈ ਤਾਂ ਇਹ ਮਸਲਾ ਜ਼ਿਆਦਾ ਬਣਿਆ ਹੋਇਆ ਹੈ। ਸੋ ਸਾਡੀ ਜਿਹੜੀ ਮੰਗ ਵੀ ਸੀਗੀ ਜਦੋਂ ਅਸੀਂ ਇਹ ਗੱਲ ਕੀਤੀ ਸੀ ਸਰਕਾਰੀ ਕਾਲਜ ਬਚਾਓ ਮੰਚ ਬੰਨਿਓ, ਤਾਂ ਅਸੀਂ ਮੰਗ ਸਿਰਫ 1000 ਜਾਂ 1100 ਪੋਸਟਾਂ ਕੱਢਣ ਦੀ ਨਹੀਂ ਕੀਤੀ ਸੀ। ਅਸੀਂ ਮੰਗ ਹੀ ਇਹ ਕਰ ਰਹੇ ਸੀ ਕਿ ਸਾਰੇ ਕੰਸਟੀਟਿਊਂਟ ਕਾਲਜਾਂ ਦੇ ਵਿੱਚ, ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਸਾਰੇ ਜਿਹੜੇ ਪੰਜਾਬ ਦੇ ਕਾਲਜ ਹੈ ਉਹਨਾਂ ਦੇ ਵਿੱਚ ਜਿੰਨੀਆਂ ਵੀ ਪੋਸਟਾਂ ਖਾਲੀ ਨੇ ਉਹ ਸਾਰੀਆਂ ਭਰੀਆਂ ਜਾਣ। ਨਵੇਂ ਕਾਲਜ ਖੋਲ ਕੇ ਉਹਨਾਂ ਦੇ ਵਿੱਚ ਨਵੀਆਂ ਸੀਟਾਂ ਪੈਦਾ ਕਰਕੇ ਰੁਜ਼ਗਾਰ ਦਿੱਤਾ ਜਾਵੇ। ਜੇ ਇਹ ਸਾਰੀਆਂ ਗੱਲਾਂ ਹੁੰਦੀਆਂ ਨੇ
ਫਿਰ ਇਹ ਮਸਲਾ ਹੀ ਨਹੀਂ ਰਹਿਣਾ ਕਿ ਕੋਈ ਹਿਮਾਚਲ ਜਾਂ ਹਰਿਆਣੇ ਤੋਂ ਆ ਕੇ ਰੁਜ਼ਗਾਰ ਲੈ ਰਿਹਾ ਜਾਂ ਨਹੀਂ ਲੈ ਰਿਹਾ। ਪਰ ਹੁਣ ਕਿਉਂਕਿ ਇੱਕ ਖਾਸ ਹਾਲਤ ਬਣੀ ਹੋਈ ਹੈ, ਉਹਦੇ 'ਚ ਅਸੀਂ ਇਸ ਮੰਗ ਨਾਲ ਸਹਿਮਤ ਹਾਂ ਮੰਚ ਵੱਲੋਂ ਕਿ ਪੰਜਾਬੀਆਂ ਨੂੰ ਜ਼ਰੂਰ ਪੱਕੇ ਰੂਪ ਦੇ ਵਿੱਚ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ, ਪਰ ਕਿੰਨੀ ਮਿਲਣੀ ਚਾਹੀਦੀ ਹੈ, ਕਿੰਨਾ ਪੈਰਾਮੀਟਰ ਹੋਵੇ, ਇਹਦੇ ਬਾਰੇ ਮੰਚ ਨੇ ਹਲੇ ਕੋਈ ਆਪਦੀ ਮੀਟਿੰਗ ਕਰਕੇ ਫੈਸਲਾ ਨਹੀਂ ਕੀਤਾ ਕਿ ਇੰਨੇ % ਸਿਰਫ ਪੰਜਾਬੀਆਂ ਵਾਸਤੇ ਰਾਖਵੀਂ ਹੋਵੇ। ਉਹ ਅਸੀਂ ਅੱਜ ਕੱਲ੍ਹ 'ਚ ਹੀ ਮੀਟਿੰਗ ਕਰਕੇ ਜ਼ਰੂਰ ਇਹਦੀ ਪੋਜੀਸ਼ਨ ਬਣਾਵਾਂਗੇ। ਹਜੇ ਤੱਕ ਜਿਹੜੀ ਇਹ ਗੱਲ ਕਹਿ ਰਿਹਾ, ਇਹ ਮੇਰੇ ਪਰਸਨਲ ਵਿਚਾਰ ਹੀ ਨੇ। ਹੋ ਸਕਦਾ ਮੇਰੇ ਵਿਚਾਰ ਮੰਚ ਰੱਦ ਕਰ ਦੇ, ਹੋ ਸਕਦਾ ਮੇਰੀ ਗੱਲ ਇਹ ਉੱਥੇ ਨਾ ਹੋਵੇ, ਕੋਈ ਹੋਰ ਅਸੀਂ ਪੋਜੀਸ਼ਨ ਲਿਆਈਏ, ਪਰ ਪਰਸਨਲੀ ਮੈਨੂੰ ਆਪ ਨੂੰ ਇਹ ਲੱਗ ਰਿਹਾ ਅਸੀਂ ਅਧਿਕਾਰਤ ਰੂਪ ਦੇ ਵਿੱਚ ਜਦੋਂ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਇਸ ਗੱਲ ਦੇ ਉੱਪਰ, ਫਿਰ ਵੱਧ ਸਾਫ਼ ਰੂਪ ਦੇ ਵਿੱਚ ਮੈਂ ਗੱਲ ਰੱਖਦਾ। ਹਾਂ ਮਨਪ੍ਰੀਤ, ਇਹ ਦੱਸੋ ਕਿ ਜਿਸ ਤਰ੍ਹਾਂ ਕਾਲਜਾਂ 'ਚ ਬਹੁਤ ਪੋਸਟਾਂ ਭਰਨ ਵਾਲੀਆਂ ਪਈਆਂ ਨੇ ਸਰਕਾਰੀ ਕਾਲਜਾਂ ਵਿੱਚ, ਹਨਾ, ਪੱਕੀ ਭਰਤੀ ਨਹੀਂ ਹੋ ਰਹੀ, 25 ਸਾਲਾਂ ਤੋਂ ਨਹੀਂ ਹੋਈ, ਤੇ ਯੂਨੀਵਰਸਿਟੀਆਂ ਵਿੱਚ ਵੀ ਪੋਸਟਾਂ ਖਾਲੀ ਦੱਸੀਆਂ ਜਾਂਦੀਆਂ ਨੇ, ਤੇ ਫਿਰ ਕਨਸਟੀਚੂਐਂਟ ਕਾਲਜ ਬਣਾਏ ਜਿਹੜੇ ਜਿੰਨੇ ਕੋ ਖੋਲੇ ਸਰਕਾਰ ਨੇ ਅਣਮੰਨੇ ਜੇ ਮਨ ਨਾਲ, ਜਾਂ 2-2 ਕਮਰਿਆਂ 'ਚ ਕਾਲਜ ਖੋਲ ਦਿੱਤੇ ਜਿਹੜੇ ਟੈਂਪਰੇਰੀ ਐਡਹੌਕਿਜ਼ਮ ਉਹਨਾਂ ਤੇ ਆ ਵੀ ਰਿਹਾ। ਤਾਂ ਵੀ ਮੋਟੇ ਜਿਹੇ ਤੌਰ ਤੇ ਜੇ ਸਾਰੀਆਂ ਥਾਵਾਂ ਤੇ ਅਸਾਮੀਆਂ ਭਰਨੀਆਂ ਹੋਣ, ਪੱਕੀ ਭਰਤੀ ਕੀਤੀ ਜਾਣੀ ਹੋਵੇ, ਤਾਂ ਕੁੱਲ ਕਿੰਨੀਆਂ ਅਸਾਮੀਆਂ ਹੋਣਗੀਆਂ ਫਿਰ ਮੋਟੇ ਜਿਹੇ ਤੌਰ ਤੇ? ਮੋਟਾ ਜਿਹਾ ਅੰਦਾਜ਼ਾ ਤੌਰ ਤੇ ਦੇਖੋ ਜੀ, ਜਿੰਨਾ ਕਿ ਮੈਨੂੰ ਅੰਦਾਜ਼ਾ ਹੈਗਾ 2000 ਦੇ ਕਰੀਬ ਤਾਂ ਕਾਲਜਾਂ 'ਚ ਹੀ ਬਣਦੀਆਂ ਨੇ, 47 ਕਾਲਜ ਨੇ, 31 ਦੇ ਕਰੀਬ ਕਾਲਜ ਨੇ, ਰੀਜਨਲ ਸੈਂਟਰ ਨੇ, ਯੂਨੀਵਰਸਿਟੀ ਬਹੁਤ ਵੱਡਾ, ਉੱਥੇ ਵੀ ਰੁਜ਼ਗਾਰ ਤਕਰੀਬਨ ਇਹ 4500 ਤੋਂ 5000 ਦੇ ਕਰੀਬ ਅਸਾਮੀਆਂ ਬਣ ਸਕਦੀਆਂ ਨੇ ਪੰਜਾਬ ਦੇ। ਤੇ ਮੰਚ ਇਸ ਬਾਰੇ ਕੋਈ ਚਾਰਾਜੋਈ ਕਰੇਗਾ, ਜਾਂ ਜਿਸ ਤਰ੍ਹਾਂ ਤੁਸੀਂ ਸਰਗਰਮੀ ਨਾਲ ਤੇ ਹੋਰ ਜਥੇਬੰਦੀਆਂ ਸਰਗਰਮੀ ਨਾਲ ਉਚੇਰੀ ਸਿੱਖਿਆ ਮੰਤਰੀ ਨੂੰ ਮਿਲੀਆਂ, ਕ੍ਰਿਸ਼ਨ ਕੁਮਾਰ ਹੋਰਾਂ ਨੂੰ ਮਿਲੀਆਂ, ਤੇ ਹੁਣ ਇਹ ਸਿਲਸਿਲਾ ਜਾਰੀ ਰੱਖਿਆ ਜਾਏਗਾ? ਤੇ ਸਭ ਤੋਂ ਵੱਡਾ ਸਵਾਲ ਕਿ ਚੋਣਾਂ ਆ ਰਹੀਆਂ ਨੇ, ਜਿਹੜੇ ਸਿਆਸੀ ਲੋਕ ਪਹੁੰਚ ਰਹੇ ਨੇ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਆਗੂ ਲੋਕਾਂ ਕੋਲੇ ਪਹੁੰਚ ਰਹੇ ਨੇ ਪਿੰਡਾਂ 'ਚ, ਜਿਵੇਂ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ, ਕੀ ਸਿੱਖਿਆ ਬਾਰੇ ਸਵਾਲ ਪੁੱਛਿਆ ਜਾਊਗਾ? ਕੀ ਸਪੈਸੀਫਿਕਲੀ ਕਾਲਜਾਂ ਵਿੱਚ ਪੱਕੀ ਭਰਤੀ ਲਈ ਸਵਾਲ ਪੁੱਛਿਆ ਜਾਏਗਾ ਉਹਨਾਂ ਨੂੰ? ਜੀ ਬਿਲਕੁਲ, ਅਸੀਂ ਇਹ ਗੱਲ ਜ਼ਰੂਰ ਪੁੱਛਾਂਗੇ ਸਰਕਾਰ ਦੇ ਨੁਮਾਇੰਦਿਆਂ ਨੂੰ, ਵਿਰੋਧੀ ਪਾਰਟੀਆਂ ਨੂੰ ਵੀ, ਕਿ ਪੰਜਾਬ ਦੀ ਸਰਕਾਰੀ ਸਿੱਖਿਆ ਨੂੰ ਬਚਾਉਣ ਵਾਸਤੇ ਤੁਸੀਂ ਜੇ ਕੱਲ ਨੂੰ ਸੱਤਾ 'ਚ ਆਉਣਾ ਤਾਂ ਤੁਸੀਂ ਕੀ ਕਰੋਗੇ। ਦੂਜੀ ਗੱਲ ਜੋ ਤੁਸੀਂ ਪਹਿਲਾਂ ਪੁੱਛੀ ਸੀ ਕਿ ਅਸੀਂ ਜੋ ਇਹ ਮੰਚ ਬਣਾਇਆ, ਜਦੋਂ ਅਸੀਂ ਸਰਕਾਰੀ ਕਾਲਜ ਬਚਾਓ ਮੰਚ ਦਾ ਨਾਮ ਦਿੱਤਾ ਹੈ, ਤਾਂ ਇਹਦੇ ਵਿੱਚ ਸਾਡਾ ਮਕਸਦ ਸਿਰਫ ਤੇ ਸਿਰਫ ਕੋਈ 1100 ਜਾਂ 1200 ਪੋਸਟਾਂ ਕਢਾਉਣੀਆਂ ਨਹੀਂ ਸੀ। ਸਾਡਾ ਮਕਸਦ ਪੰਜਾਬ ਦੀ ਉਚੇਰੀ ਸਿੱਖਿਆ ਦੇ ਹਰੇਕ ਜਿਹੜਾ ਸੰਸਥਾ ਹੈਗੀ ਹੈ ਉੱਥੇ ਪੱਕੀ ਭਰਤੀ ਕਰਵਾਉਣ ਦਾ ਮਕਸਦ। ਇਸ ਤੋਂ ਬਿਨਾਂ ਵਿਦਿਆਰਥੀਆਂ ਨਾਲ ਸੰਬੰਧਿਤ ਹੋਰ ਬਹੁਤ ਮੰਗਾਂ ਨੇ, ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਵਧਾਉਣ ਦੀਆਂ ਮੰਗਾਂ ਨੇ, ਯੂਨੀਵਰਸਿਟੀਆਂ ਦੇ ਅੰਦਰ ਇੰਫਰਾਸਟਰਕਚਰ ਪੈਦਾ ਕਰਨ ਦੀਆਂ ਮੰਗਾਂ ਨੇ। ਉਹ ਸਾਰੀਆਂ ਮੰਗਾਂ ਵਾਸਤੇ ਸਾਡਾ ਸੰਘਰਸ਼ ਹੈ, ਉਹ ਅਗਲੇ ਟਾਈਮ 'ਚ ਚੱਲਦਾ ਰਹੂਗਾ। ਕੱਲ ਨੂੰ ਜੋ ਚੋਣਾਂ ਆਉਣਗੀਆਂ ਉਦੋਂ ਅਸੀਂ ਬਕਾਇਦਾ ਇਹਨਾਂ ਮੰਗਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ਕੋਲੇ ਉਠਾਵਾਂਗੇ, ਉਹਨਾਂ ਨੂੰ ਕਹਾਂਗੇ ਆਪਣੇ ਮੈਨੀਫੈਸਟੋ ਦੇ ਵਿੱਚ ਸਾਡੀਆਂ ਗੱਲਾਂ ਦਰਜ ਕਰੋ, ਤੇ ਇਹਨੂੰ ਲਾਗੂ ਕਰਵਾਉਣ ਵਾਸਤੇ ਸਾਡਾ ਸੰਘਰਸ਼ ਚੱਲਦਾ ਰਹਿਣਾ ਹੈ। ਪਰ ਫੌਰੀ ਤੌਰ ਤੇ ਕਿਉਂਕਿ ਹੁਣ ਜਾ ਰਿਹਾ ਟਾਈਮ ਹੈ, ਇਹਦੇ ਵਿੱਚ ਸਾਡਾ ਜ਼ੋਰ ਜਿਹੜਾ ਸਾਡਾ ਰਹਿਣੀ ਹੈ ਮੂਵਮੈਂਟ, ਉਹ ਇਹ ਰਹਿਣੀ ਹੈ ਕਿ ਜਿਹੜੀਆਂ 1150 ਪੋਸਟਾਂ ਕੱਢੀਆਂ ਨੇ ਪੰਜਾਬ ਸਰਕਾਰ ਨੇ, ਇਹ ਜਿਹੜੀ ਭਰਤੀ ਹੈਗੀ ਹੈ ਇਹ ਚੰਗੀ ਤਰੀਕੇ ਨਾਲ, ਸਹੀ ਤਰੀਕੇ ਨਾਲ ਤੇ ਚੜੇ, ਇਸ ਗੱਲ ਤੇ ਸਾਡਾ ਜ਼ੋਰ ਹੈ। ਪਰ ਇੱਥੇ ਹੀ ਸਾਡੀ ਮੂਵਮੈਂਟ ਖਤਮ ਨਹੀਂ ਹੋਊ ਜੀ। ਸੋ ਜਿਸ ਤਰ੍ਹਾਂ ਸਰਕਾਰੀ ਕਾਲਜ ਬਚਾਓ ਮੰਚ ਨੇ ਮੁਹਿੰਮ ਵਿੱਢੀ ਹੋਈ ਸੀ ਸਰਕਾਰੀ ਕਾਲਜਾਂ ਨੂੰ ਬਚਾਉਣ ਦੀ, ਕਾਲਜਾਂ ਵਿੱਚ ਪੱਕੀ ਭਰਤੀ ਕਰਵਾਉਣ ਦੀ, ਤੇ ਹੁਣ ਇਹ ਅੱਗੇ ਆਪਣਾ ਏਜੰਡਾ ਲੈ ਕੇ ਤੁਰ ਰਹੇ ਨੇ ਕਿ ਜਿੱਥੇ ਸਿਆਸੀ ਧਿਰਾਂ ਨੂੰ, ਸਿਆਸੀ ਲੋਕਾਂ ਨੂੰ, ਕੀ ਸੱਤਾਧਾਰੀ ਕੀ ਵਿਰੋਧੀ ਧਿਰ, ਉਹਨਾਂ ਨੂੰ ਪਿੰਡਾਂ 'ਚ ਗਿਆ ਨੂੰ, ਛੋਟੇ ਸ਼ਹਿਰਾਂ 'ਚ ਜਾਂ ਜਿੱਥੇ ਵੀ ਉਹ ਲੋਕਾਂ 'ਚ ਜਾਂਦੇ ਨੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ। ਸੋ ਮੰਚ ਦਾ ਕੰਮ ਹਲੇ ਮੁੱਕਿਆ ਨਹੀਂ। ਕਾਲਜਾਂ 'ਚ ਪੱਕੀ ਭਰਤੀ, ਹੋਰ ਕਾਲਜ ਖੁਲਵਾਉਣ ਦੇ ਨਾਲ ਕਾਲਜਾਂ ਵਿੱਚ, ਯੂਨੀਵਰਸਿਟੀਆਂ ਵਿੱਚ ਇੰਫਰਾਸਟਰਕਚਰ ਦੇ ਵਿਸਥਾਰ ਦੇ ਨਾਲ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾਣਗੇ ਵਿਦਿਆਰਥੀਆਂ ਦੀਆਂ ਲੋੜਾਂ ਸੰਬੰਧੀ, ਅਤੇ ਸਿੱਖਿਆ ਨੂੰ ਜਿਸ ਤਰ੍ਹਾਂ ਪਰਉਪਕਾਰੀ ਦਾ ਹੁਣ ਤੱਕ ਦਾ ਦਰਜਾ ਰਿਹਾ, ਸਿੱਖਿਆ ਪਰਉਪਕਾਰੀ ਮੰਨੀ ਜਾਂਦੀ ਰਹੀ ਹੈ, ਤਾਂ ਇਹ ਪਰਉਪਕਾਰੀ ਹੀ ਬਣਾਈ ਰੱਖਣਗੇ। ਕਿ ਉਹਨਾਂ ਦੀ ਬਣਾਈ ਰੱਖਣ ਲਈ ਵੀ ਮੰਚ ਸੰਘਰਸ਼ ਕਰੇਗਾ, ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਕਿ ਉਹਨੂੰ ਉਸ ਤਰ੍ਹਾਂ ਕਮਰਸ਼ੀਅਲ ਜਾਂ ਸੈਲਫ ਫਾਈਨਾਂਸਡ ਨਹੀਂ ਬਣਨ ਦੇਣ ਲਈ ਇਹ ਕੋਸ਼ਿਸ਼ ਕਰਨਗੇ ਮੰਚ ਵੱਲੋਂ। ਮਨਪ੍ਰੀਤ ਜੱਸ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਅੱਜ ਐਤਵਾਰ ਨੂੰ ਵੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਗੇ ਤੋਂ ਆਪਾਂ ਸੰਵਾਦ ਤੋਰੀ ਰੱਖਾਂਗੇ। ਅੱਜ ਲਈ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਬਹੁਤ-ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਇਸ ਮੌਕੇ ਤੇ ਆਵਾਜ਼ ਜਿਹੜੀ ਹੈਗੀ ਆ ਲੋਕਾਂ ਤੱਕ ਤੇ ਸਰਕਾਰ ਤੱਕ ਪਹੁੰਚਾ ਰਹੇ। ਧੰਨਵਾਦ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓਜ਼ ਸ਼ੇਅਰ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਮਿਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ।
ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।